गुड मॉर्निंग स्टूडेंट्स। ਅੱਜ ਜੇ ਆਪਾਂ ਆਪਣੇ ਚੈਪਟਰ ਦਾ ਲਾਸਟ ਟੌਪਿਕ ਕਰਨ ਜਾ ਰਹੇ ਹਾਂ। ਇਹਦੇ ਨਾਲ ਹੀ ਅੱਜ ਜਿਹੜਾ ਚੈਪਟਰ ਇਲੈਕਟ੍ਰੋਕੈਮਿਸਟਰੀ ਖਤਮ ਹੋ ਜਾਏਗਾ ਉਹ ਹੈਗਾ ਕਰੋਜ਼ਨ। ਕਰੋਜ਼ਨ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਔਰ ਇਹ ਪੇਪਰ ਦੇ ਵਿੱਚ ਕਹਿ ਲਓ ਕਿ ਆਉਣ ਵਾਲਾ ਕੁਐਸਚਨ ਆ। ਕਰੋਜ਼ਨ ਕੀ ਹੁੰਦਾ? ਕਰੋਜ਼ਨ ਇਹ ਹੁੰਦਾ ਕਿ ਜਦੋਂ ਕੋਈ ਵੀ ਮੈਟਲ ਹੈਗੀ ਆ ਉਹਨੂੰ ਆਪਾਂ ਇਨਵਾਇਰਮੈਂਟ ਵਿੱਚ ਰੱਖਦੇ ਹਾਂ, ਐਟਮੋਸਫੇਅਰ ਵਿੱਚ ਰੱਖਦੇ ਹਾਂ, ਤਾਂ ਉਹ ਐਟਮੋਸਫੇਅਰ ਦੇ ਵਿੱਚ ਏਅਰ ਤੇ ਵਾਟਰ ਦੇ ਕੰਟੈਕਟ ਵਿੱਚ ਆਉਂਦੀ ਹੈ। ਜਦੋਂ ਏਅਰ ਤੇ ਵਾਟਰ ਦੇ ਕੰਟੈਕਟ ਵਿੱਚ ਆਉਂਦੀ ਹੈ ਤਾਂ ਕੁਝ ਅਨਡਿਜ਼ਾਇਰੇਬਲ ਪ੍ਰੋਡਕਟਸ ਹੈ ਜਿਹੜੇ ਉਹ ਬਣਾਉਣ ਲੱਗ ਪੈਂਦੀ ਆ, ਆਪਣੇ ਉੱਪਰ ਉਹਦੇ ਜੰਮਣੇ ਸ਼ੁਰੂ ਹੋ ਜਾਂਦੇ ਆ। ਫੋਰ ਐਗਜ਼ਾਮਪਲ ਆਕਸਾਈਡ ਮੈਟਲਸ ਦੇ ਬਣਨ ਲੱਗ ਪੈਂਦੇ ਆ ਜਦੋਂ ਆਕਸੀਜਨ ਦੇ ਨਾਲ ਰਿਐਕਟ ਕਰਦੇ ਆ। ਸੋ ਉਹ ਜਿਹੜੀ ਹੈਗੀ ਆ ਇਹਦੇ ਨਾਲ ਸਾਡੀ ਮੈਟਲ ਜਿਹੜੀ ਅੰਦਰੋਂ ਖੁਰਨੀ ਸ਼ੁਰੂ ਹੋ ਜਾਂਦੀ ਹੈ। ਮੈਟਲ ਦੇ ਖੁਰਨ ਦਾ ਮਤਲਬ ਇਹ ਹੋ ਗਿਆ ਕਿ ਮੈਟਲ ਜਿਹੜੀ ਅੰਦਰੋਂ ਅੰਦਰੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਨੂੰ ਅਸੀਂ ਬੋਲਦੇ ਹਾਂ ਜੰਗਾਲ। ਪੰਜਾਬੀ ਦੇ ਵਿੱਚ ਕਰੋਜ਼ਨ ਦਾ ਮੀਨਿੰਗ ਹੈਗਾ ਜੰਗ ਲੱਗ ਜਾਣਾ। ਸੋ ਜੰਗਾਲ ਜਿਹੜਾ ਲੱਗ ਜਾਂਦਾ ਕਿਸੇ ਵੀ ਮੈਟਲ ਨੂੰ ਐਟਮੋਸਫੇਅਰ ਵਿੱਚ ਰੱਖਣ ਤੇ, ਕਿਉਂਕਿ ਉਹਦਾ ਰਿਐਕਸ਼ਨ ਹੋ ਜਾਂਦਾ ਵਿਦ ਏਅਰ ਐਂਡ ਵਾਟਰ, ਇਟ ਇਜ਼ ਨੋਨ ਐਜ਼ ਕਰੋਜ਼ਨ ਕਹਿੰਦੇ ਆ। ਕੁਝ ਮੈਟਲਸ ਇਦਾਂ ਦੀਆਂ ਜਿਹੜੀਆਂ ਜ਼ਿਆਦਾ ਐਕਟਿਵ ਨਹੀਂ ਹੈਗੀਆਂ, ਲੀਸਟ ਐਕਟਿਵ ਮੈਟਲਸ ਦਾ ਨਾਂ ਦਿੰਦੇ ਆ। ਫੋਰ ਐਗਜ਼ਾਮਪਲ ਸਿਲਵਰ ਹੋ ਗਈ, ਗੋਲਡ ਹੋ ਗਈ। ਸਿਲਵਰ ਨੂੰ ਤਾਂ ਮਤਲਬ ਸਿਲਵਰ ਜਿਹੜੀ ਹੈਗੀ ਆ ਉਹਦੇ ਤੇ ਅਟੈਕ ਹੋ ਜਾਂਦਾ ਇਨਵਾਇਰਮੈਂਟ ਦੇ ਵਿੱਚ। ਸਿਲਵਰ ਦੀ ਬਜਾਏ ਆਪਾਂ ਗੋਲਡ ਲਈਏ, ਪਲੈਟੀਨਮ ਲਈਏ ਹੈ ਨਾ, ਪੈਲੇਡੀਅਮ, ਇਹ ਮੈਟਲਸ ਇਦਾਂ ਦੀਆਂ ਜਿਹੜੀਆਂ ਲੀਸਟ ਐਕਟਿਵ ਦੀ ਕੈਟੇਗਰੀ 'ਚ ਆਉਂਦੀਆਂ ਔਰ ਇਹਨਾਂ ਦੇ ਉੱਤੇ ਇਨਵਾਇਰਮੈਂਟ ਦਾ ਇਫੈਕਟ ਘੱਟ ਪੈਂਦਾ। ਤਦੇ ਆਪਾਂ ਗੋਲਡ ਦੀ ਚੀਜ਼ ਪਾਉਂਦੇ ਹਾਂ ਤਾਂ ਹਮੇਸ਼ਾ ਉਹਦਾ ਕਲਰ ਮਤਲਬ ਜਿਹੜਾ ਬਹੁਤੀ ਚਮਕ ਖਤਮ ਨਹੀਂ ਹੁੰਦੀ ਕਈ ਸਾਲ ਤੱਕ। ਲੇਕਿਨ ਜਿਹੜੀਆਂ ਬਾਕੀ ਮੈਟਲਸ ਆ ਉਹਨਾਂ ਦੇ ਉੱਤੇ ਬਹੁਤ ਜਲਦੀ ਇਫੈਕਟ ਪੈਂਦਾ ਇਨਵਾਇਰਮੈਂਟ ਦਾ, ਬਿਕੋਜ਼ ਆਫ देयर ਰਿਐਕਸ਼ਨ ਵਿਦ ਏਅਰ, यानी कि एयर ਦੇ ਵਿੱਚ ਆਪਣੇ ਕੋਲ ਆਕਸੀਜਨ ਐਂਡ ਮੋਇਸਚਰ ਵੀ ਹੋਏਗਾ, ਉਹਦੇ ਵਿੱਚ ਵਾਟਰ ਦੇ ਨਾਲ ਰਿਐਕਸ਼ਨ ਹੋ ਜਾਂਦਾ ਔਰ ਆਕਸਾਈਡਸ ਦੀ ਫਾਰਮੇਸ਼ਨ ਹੋ ਜਾਂਦੀ ਹੈ। ਸਪੈਸ਼ਲ ਕੇਸ ਅਸੀਂ ਕਰਦੇ ਹਾਂ ਰਸਟਿੰਗ ਆਫ ਆਇਰਨ, यानी जंगाल लगन के केस ਦੇ ਵਿੱਚ ਸਾਡੇ ਦਿਮਾਗ 'ਚ ਆਇਰਨ ਹੀ ਆਉਂਦਾ ਔਰ ਆਇਰਨ ਦੀ ਜਿਹੜੀ ਕਰੋਜ਼ਨ ਹੋਏਗੀ ਉਸ ਦੇ ਲਈ ਸਪੈਸ਼ਲ ਨਾਂ ਜਿਹੜਾ ਦਿੱਤਾ ਜਾਂਦਾ ਦੈਟ ਇਜ਼ ਰਸਟਿੰਗ। ਸੋ ਰਸਟਿੰਗ ਆਫ ਆਇਰਨ ਇਜ਼ ਵੈਰੀ ਇੰਪੋਰਟੈਂਟ। ਰਸਟਿੰਗ ਆਫ ਆਇਰਨ ਜਿਹੜੀ ਹੈਗੀ ਹੈ ਇਹ ਵੀ ਸਾਡੀ ਮੈਟਲ ਦੀ ਡਿਟੀਰੀਓਰੇਸ਼ਨ ਹੋ ਜਾਂਦੀ ਹੈ। ਉਹ ਮੈਟਲ ਦੀ ਜਿਹੜੀ ਹੈਗੀ ਆ ਖਤਮ ਹੋ ਜਾਂਦੀ ਹੈ, ਅੰਦਰੋਂ ਅੰਦਰੀ ਖੁਰ ਜਾਂਦੀ ਹੈਗੀ ਹੈ ਡਿਊ ਟੂ ਇਟਸ ਰਿਐਕਸ਼ਨ ਵਿਦ ਏਅਰ ਐਂਡ ਵਾਟਰ। ਪਾਣੀ ਤੇ ਹਵਾ ਜਿਹੜੀ ਹੈਗੀ ਆ ਉਹ ਉਹਦੇ ਨਾਲ ਹੀ ਰਿਐਕਟ ਕਰ ਜਾਂਦੀ ਹੈ। ਹੁਣ अगर एयर ड्राई होवे ਤਾਂ ਰਸਟਿੰਗ ਘੱਟ ਹੋਏਗਾ। ਅਗਰ ਏਅਰ ਜਿਹੜੀ ਆਪਣੀ ਸਿੱਲੀ ਹਵਾ ਆ, ਮੋਇਸਚਰ ਹੈ, ਉਹਦੇ ਵਿੱਚ ਰਸਟਿੰਗ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਹੈ। ਸੋ ਇਹਨੂੰ ਅਸੀਂ ਬੋਲਦੇ ਆ ਰਸਟਿੰਗ ਆਫ ਆਇਰਨ। ਆਇਰਨ ਰਸਟਿੰਗ ਦਾ ਫਾਰਮੂਲਾ ਜਿਹੜਾ ਕੈਮੀਕਲ ਫਾਰਮੂਲਾ ਹੁੰਦਾ Fe2O3.x ਮੋਲੀਕੂਲਸ ਆਫ ਵਾਟਰ। ਆ ਇਹਦਾ ਫਾਰਮੂਲਾ ਹੁੰਦਾ। ਕਈ ਵਾਰੀ ਇੱਕ ਨੰਬਰ 'ਚ ਆਪਾਂ ਨੂੰ ਕੈਮੀਕਲ ਰਸਟ ਦਾ ਫਾਰਮੂਲਾ ਵੀ ਆਉਂਦਾ, ਤਾਂ ਆਇਰਨ ਦਾ ਆਕਸਾਈਡ ਬਣ ਜਾਂਦਾ ਔਰ ਕੁਝ ਮੋਲੀਕੂਲਸ ਵਾਟਰ ਦੇ ਅਟੈਚ ਹੋ ਜਾਂਦੇ ਆ, ਇਹਨੂੰ ਅਸੀਂ ਰਸਟ ਬੋਲਦੇ ਹਾਂ। ਠੀਕ ਹੈ। ਸੋ ਰਸਟਿੰਗ ਜਿਹੜੀ ਹੈਗੀ ਕੁਝ ਫੈਕਟਰਸ ਹੈਗੇ ਆ ਜਿਹਦੇ ਉੱਤੇ ਰਸਟਿੰਗ ਡਿਪੈਂਡ ਕਰਦੀ ਹੈ। ਫੈਕਟਰਸ ਦਾ ਮਤਲਬ ਕੁਝ ਗੱਲਾਂ ਹੈਗੀਆਂ ਜਿਹਦੇ ਕਰਕੇ ਰਸਟਿੰਗ ਜਿਹੜੀ ਹੈ ਕਈ ਕੇਸਿਸ ਦੇ ਵਿੱਚ ਜ਼ਿਆਦਾ ਹੋ ਜਾਂਦੀ ਹੈ। ਉਹ ਕਿਹੜੇ ਫੈਕਟਰਸ ਹੈਗੇ ਆ? ਸਭ ਤੋਂ ਪਹਿਲਾਂ ਪੋਜੀਸ਼ਨ ਆਫ ਮੈਟਲ। ਸੋ ਪੋਜੀਸ਼ਨ ਆਫ ਮੈਟਲ ਦਾ ਕੀ ਮਤਲਬ ਆ ਕਿ ਮੈਟਲ ਦੀ ਪੋਜੀਸ਼ਨ ਕੀ ਹੈ ਇਨ ਇਲੈਕਟ੍ਰੋਮੋਟਿਵ ਸੀਰੀਜ਼ ਦੇ ਵਿੱਚ, EMF ਸੀਰੀਜ਼ ਦੇ ਵਿੱਚ ਜਿਹੜੀ ਆਪਾਂ ਪੜ੍ਹੀਆਂ ਨਾ ਇਲੈਕਟ੍ਰੋਕੈਮੀਕਲ ਸੀਰੀਜ਼ ਦੇ ਵਿੱਚ ਮੈਟਲ ਦੀ ਪੋਜੀਸ਼ਨ ਕਿੱਥੇ ਕਾ। ਪੋਜੀਸ਼ਨ ਤੋਂ ਸਾਨੂੰ ਕੀ ਪਤਾ ਲੱਗੂਗਾ? ਪੋਜੀਸ਼ਨ ਤੋਂ ਸਾਨੂੰ ਮੈਟਲ ਦੀ ਰਿਐਕਟੀਵਿਟੀ ਦਾ ਪਤਾ ਲੱਗੂਗਾ। ਜਿਹੜੀ ਮੈਟਲ ਜ਼ਿਆਦਾ ਰਿਐਕਟਿਵ ਹੈ ਨਾ ਉਹਦੇ 'ਚ ਜਿਹੜੀ ਰਸਟਿੰਗ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ। ਜਿਹੜੀ ਮੈਟਲ ਘੱਟ ਰਿਐਕਟਿਵ ਆ ਉਹਦੀ ਰਸਟਿੰਗ ਘੱਟ ਹੋਏਗੀ ਜਾਂ ਉਹਦਾ ਕਰੋਜ਼ਨ ਜਿਹੜਾ ਘੱਟ ਜਾਂਦਾ। ਸੋ ਇਹ ਪੋਜੀਸ਼ਨ ਤੋਂ ਸਾਨੂੰ ਕਿੱਦਾਂ ਪਤਾ ਲੱਗੂਗਾ? ਹੁਣ ਆਪਣੇ ਕੋਲ ਜਿਹੜੀ ਸੀਰੀਜ਼ ਬਣੀ ਹੋਈ ਆ ਉਹ ਸਾਰੀ ਰਿਡਕਸ਼ਨ ਪੋਟੈਂਸ਼ੀਅਲ ਦੇ ਬੇਸ ਤੇ ਬਣੀ ਹੋਈ ਆ ਔਰ ਉਹਦੇ ਵਿੱਚ ਸਾਨੂੰ ਪਤਾ ਹਾਈਡਰੋਜਨ ਸੈਂਟਰ 'ਚ ਹੈ, ਉਹਦਾ ਰਿਡਕਸ਼ਨ ਪੋਟੈਂਸ਼ੀਅਲ 0 ਹੁੰਦਾ, ਉੱਪਰ ਵਾਲੀਆਂ ਮੈਟਲਸ ਦਾ ਪੋਜ਼ਿਟਿਵ ਔਰ ਨੀਚੇ ਵਾਲੀ ਦਾ ਕੀ ਹੈ ਨੈਗੇਟਿਵ ਹੁੰਦਾ। ਸੋ ਰਿਐਕਟਿਵ ਮੈਟਲ ਕਿਹਨੂੰ ਕਹਿੰਦੇ ਆ? ਅੱਜ ਇਹ ਗੱਲ ਕਲੀਅਰ ਕਰਨੀ ਹੈ ਤੁਸੀਂ। ਮੈਟਲ ਦੀ ਆਪਾਂ ਬੋਲਦੇ ਆ ਕਿ ਰਿਐਕਟਿਵ ਮੈਟਲ। ਰਿਐਕਟਿਵ ਮੈਟਲ ਕਿਹੜੀ ਮੈਟਲ ਨੂੰ ਆਪਾਂ ਰਿਐਕਟਿਵ ਕਹਾਂਗੇ? ਉਹ ਮੈਟਲ ਰਿਐਕਟਿਵ ਹੋਏਗੀ ਜਿਹੜੀ ਜਲਦੀ ਇਲੈਕਟ੍ਰੋਨ ਦਾ ਲਾਸ ਕਰੇਗੀ। ਲਾਸ ਮਤਲਬ ਆਕਸੀਡੇਸ਼ਨ ਜਲਦੀ ਕਰੇਗੀ। ਆਕਸੀਡੇਸ਼ਨ ਕਿਹੜੀ ਜਲਦੀ ਕਰੂਗੀ ਸੀਰੀਜ਼ ਦੇ ਵਿੱਚ? ਜਿਹੜੀ ਹਾਈਡਰੋਜਨ ਤੋਂ ਨੀਚੇ ਪਈਆਂ ਹੋਈਆਂ ਜਿਨ੍ਹਾਂ ਦਾ ਰਿਡਕਸ਼ਨ ਪੋਟੈਂਸ਼ੀਅਲ ਕੀ ਆ ਮਾਈਨਸ, ਜਿਨ੍ਹਾਂ ਦਾ ਰਿਡਕਸ਼ਨ ਪੋਟੈਂਸ਼ੀਅਲ ਪੋਜ਼ਿਟਿਵ ਆ ਉਹ ਗੇਨ ਕਰਨਗੀਆਂ, ਜਿਨ੍ਹਾਂ ਦਾ ਰਿਡਕਸ਼ਨ ਪੋਟੈਂਸ਼ੀਅਲ ਹਾਈਡਰੋਜਨ ਦੇ ਨੀਚੇ ਨੈਗੇਟਿਵ ਆ ਉਹ ਮੈਟਲਸ ਇਲੈਕਟ੍ਰੋਨ ਲੂਜ਼ ਕਰਦੀਆਂ ਆ। ਔਰ ਇਹੀ ਕੁਐਸਚਨ ਮੈਂ ਤੁਹਾਨੂੰ ਪੇਪਰ ਦੇ ਵਿੱਚ ਵੀ ਜਿਹੜਾ ਅਸਾਈਨਮੈਂਟ ਦਿੱਤੀ ਸੀ ਨਾ ਇਹ ਪਾਇਆ ਸੀਗਾ ਸੀਰੀਜ਼ ਦੇ ਬੇਸ ਤੇ ਕਿ ਕੁਝ ਮੈਟਲਸ ਹਾਈਡਰੋਜਨ ਨੂੰ ਲਿਬਰੇਟ ਕਰਦੀਆਂ ਕੁਝ ਨਹੀਂ। ਤਾਂ ਉੱਥੇ ਵੀ ਆਨਸਰ ਇਹੀ ਆਣਾ ਕਿ ਜਿਹੜੀਆਂ ਮੈਟਲਸ ਐਕਟਿਵ ਆ, ਜਿਹੜੀਆਂ ਹਾਈਡਰੋਜਨ ਤੋਂ ਜ਼ਿਆਦਾ ਐਕਟਿਵ ਹੈ। ਹੁਣ ਐਕਟਿਵ ਉਹਨਾਂ ਨੂੰ ਕਹੋਗੇ ਜਿਹੜੇ ਇਲੈਕਟ੍ਰੋਨ ਦਾ ਲਾਸ ਕਰਨਗੀਆਂ ਤਾਂ ਹੀ ਦੂਜਾ ਗੇਨ ਕਰੇਗਾ। ਸੋ ਪਹਿਲਾਂ ਲਾਸ ਹੋਏਗਾ। ਸੋ ਜਿਹੜੀਆਂ ਮੈਟਲਸ ਇਲੈਕਟ੍ਰੋਨਸ ਨੂੰ ਜਲਦੀ ਲੂਜ਼ ਕਰਨਗੀਆਂ ਦੈਟ ਵਿਲ ਬੀ ਮੋਰ ਰਿਐਕਟਿਵ ਮੈਟਲਸ। ਔਰ ਉਹ ਸਾਰੀਆਂ ਕਿਹੜੀਆਂ ਹੋਣਗੀਆਂ? ਜਿਹੜੀਆਂ ਸੀਰੀਜ਼ 'ਚ ਹਾਈਡਰੋਜਨ ਦੇ ਨੀਚੇ ਆ ਔਰ ਜਿਨ੍ਹਾਂ ਦਾ ਰਿਡਕਸ਼ਨ ਪੋਟੈਂਸ਼ੀਅਲ ਕਾਹਦੇ 'ਚ ਲਿਆ ਆਪਾਂ ਨੇ? ਮਾਈਨਸ ਦੇ ਵਿੱਚ ਲਿਆ ਹੋਇਆ।
ਸੋ ਆਏਗਾ ਹੀ ਮਾਈਨਸ ਦੇ ਵਿੱਚ, ਸੋ ਉਹ ਮੈਟਲਸ ਜਿਹੜੀਆਂ ਹੋਣਗੀਆਂ ਐਕਟਿਵ ਹੋਣਗੀਆਂ। ਸੋ ਇੱਥੇ ਆਪਾਂ ਨੂੰ ਇਹ ਦੇਖਣਾ ਪਏਗਾ ਸੀਰੀਜ਼ 'ਚ ਮੈਟਲ ਕਿੱਥੇ ਕਹਿ ਗਈ ਆ ਕਿ ਮੈਟਲ ਜ਼ਿਆਦਾ ਰਿਐਕਟਿਵ ਆ, ਜੇ ਉਹਦਾ ਰਿਡਕਸ਼ਨ ਪੋਟੈਂਸ਼ੀਅਲ ਮਾਈਨਸ ਦੇ ਵਿੱਚ ਜਿਹੜਾ ਜ਼ਿਆਦਾ ਹੈਗਾ ਤਾਂ ਉਹ ਜ਼ਿਆਦਾ ਰਿਐਕਟਿਵ ਹੋ ਜਾਏਗੀ, ਉਹ ਜਲਦੀ ਲੂਜ਼ ਕਰੇਗੀ, ਔਰ ਜੇ ਉਹਦਾ ਪੋਜ਼ਿਟਿਵ 'ਚ ਹੈ ਤਾਂ ਉਹ ਘੱਟ ਲੂਜ਼ ਕਰਦੀ ਹੈ। ਸੋ ਜਿਹੜੀ ਮੈਟਲ ਆਕਸੀਡੇਸ਼ਨ ਜਲਦੀ ਕਰੇਗੀ ਉਹੀ ਜਿਹੜੀ ਹੈਗੀ ਆ ਆਪਣੇ ਕੋਲ ਐਕਟਿਵ ਮੈਟਲ ਹੋਏਗੀ, ਔਰ ਹਾਈਡਰੋਜਨ ਨੂੰ ਵੀ ਉਹੀ ਲਿਬਰੇਟ ਕਰੇਗੀ ਜਿਨ੍ਹਾਂ ਦਾ ਰਿਡਕਸ਼ਨ ਪੋਟੈਂਸ਼ੀਅਲ ਜ਼ੀਰੋ ਦੇ ਨਾਲੋਂ ਘੱਟ ਹੋਏਗਾ, ਮਾਈਨਸ 'ਚ ਹੋਏਗਾ। ਸੋ ਇੱਕ ਤਾਂ ਇਹ ਪਤਾ ਲੱਗ ਗਿਆ ਵੀ ਪੋਜੀਸ਼ਨ ਤੋਂ ਪਤਾ ਲੱਗੂਗਾ ਕਿ ਮੈਟਲ ਜਿਹੜੀ ਹੈ ਕਰੋਜ਼ਨ ਜ਼ਿਆਦਾ ਹੋਏਗਾ ਜਾਂ ਘੱਟ ਹੋਏਗਾ। ਦੂਜਾ ਫੈਕਟਰ ਸਾਡੇ ਕੋਲ ਹੈਗਾ ਪ੍ਰੈਜ਼ੈਂਸ ਆਫ ਇੰਪਿਊਰਿਟੀਜ਼। ਆਹ ਬਹੁਤ ਇੰਪੋਰਟੈਂਟ ਫੈਕਟਰ ਹੈ ਰਾਜੇ ਸਮਝਣ ਦੇ ਲਈ। ਇੰਪਿਊਰਿਟੀਜ਼ ਜਿੰਨੀਆਂ ਜ਼ਿਆਦਾ ਸਾਨੂੰ ਮੈਟਲਸ 'ਚ ਮਿਲਣਗੀਆਂ ਨਾ ਇੰਪਿਊਰਿਟੀਜ਼, ਉਨੀਆਂ ਜ਼ਿਆਦਾ ਪੋਸੀਬਿਲਿਟੀ ਹੋਏਗੀ ਕਰੋਜ਼ਨ ਦੀ ਜਾਂ ਰਸਟਿੰਗ ਦੀ। ਇੰਪਿਊਰਿਟੀਜ਼ ਕੀ ਹੁੰਦੀਆਂ? ਇੰਪਿਊਰਿਟੀਜ਼ ਹੋਣ ਦੇ ਨਾਲ ਛੋਟੇ ਛੋਟੇ ਮੈਟਲ ਦੇ ਸਰਫੇਸ ਤੇ ਜਿਹੜੇ ਆਪਾਂ ਸੈੱਲ ਪੜ੍ਹ ਰਹੇ ਹਾਂ, ਇਲੈਕਟ੍ਰੋਕੈਮੀਕਲ ਸੈੱਲ ਬਣ ਜਾਂਦੇ ਆ ਨਿੱਕੇ ਨਿੱਕੇ। ਉਹ ਸੈੱਲ ਬਣਨ ਦੇ ਨਾਲ ਆਕਸੀਡੇਸ਼ਨ ਰਿਡਕਸ਼ਨ ਰਿਐਕਸ਼ਨ ਹੋਣ ਲੱਗ ਪੈਂਦਾ, ਉਹਦੇ ਨਾਲ ਜਿਹੜੀ ਜੰਗਾਲ ਦੀ ਕਿਰਿਆ ਕਰੋਜ਼ਨ ਦਾ ਰੇਟ ਹੈ ਉਹ ਬਹੁਤ ਤੇਜ਼ ਹੋ ਜਾਂਦਾ। ਸੋ ਇੰਪਿਊਰਿਟੀਜ਼ ਜਿਹੜੀਆਂ ਹੋਣਗੀਆਂ ਮੈਟਲ ਦੇ ਵਿੱਚ ਉਸ ਇਲੈਕਟ੍ਰੋਕੈਮੀਕਲ ਸੈੱਲ ਬਣਾਉਣ 'ਚ ਹੈਲਪ ਕਰਦੀਆਂ, ਉਹਦੇ ਨਾਲ ਕਰੋਜ਼ਨ ਕੀ ਹੈ ਜ਼ਿਆਦਾ ਹੋ ਜਾਂਦਾ ਹੈ। ਇਸ ਲਈ ਇੰਪਿਊਰਿਟੀਜ਼ ਹੋਣਗੀਆਂ ਤਾਂ ਕਰੋਜ਼ਨ ਵੀ ਜ਼ਿਆਦਾ ਹੋਏਗਾ। ਥਰਡ ਫੈਕਟਰ ਹੈਗਾ ਰਾਜੇ ਆਪਣੇ ਕੋਲ ਪ੍ਰੈਜ਼ੈਂਸ ਆਫ ਇਲੈਕਟ੍ਰੋਲਾਈਟ। ਅਗਰ ਸਾਡੇ ਕੋਲ ਇਲੈਕਟ੍ਰੋਲਾਈਟ ਹੋਵੇ ਘੋਲ ਦੇ ਵਿੱਚ, ਮੰਨ ਲਓ ਇੱਕ ਆਪਣੇ ਕੋਲ ਜੇ ਵਾਟਰ ਆ ਪਿਓਰ, ਇੱਕ ਆਪਣੇ ਕੋਲ ਜਿਹੜਾ ਸੀ ਵਾਟਰ ਹੈ ਸਮੁੰਦਰੀ ਪਾਣੀ ਹੈ, ਤਾਂ ਕਰੋਜ਼ਨ ਜਿਹੜਾ ਹੋਊਗਾ ਨਾ ਸਮੁੰਦਰੀ ਪਾਣੀ 'ਚ ਜ਼ਿਆਦਾ ਹੁੰਦਾ, ਕਿਉਂਕਿ ਸਮੁੰਦਰੀ ਪਾਣੀ ਦੇ ਵਿੱਚ ਇਲੈਕਟ੍ਰੋਲਾਈਟ ਘੁਲਿਆ ਹੁੰਦਾ ਨਮਕ, ਸੋਡੀਅਮ ਕਲੋਰਾਈਡ ਹੁੰਦਾ। ਸੋ ਅਗਰ ਇਲੈਕਟ੍ਰੋਲਾਈਟ ਹੋਏਗਾ ਆਪਣੇ ਕੋਲ ਸੀ ਵਾਟਰ ਦੇ ਵਿੱਚ ਇਲੈਕਟ੍ਰੋਲਾਈਟ ਹੈਗਾ, ਪਾਣੀ 'ਚ ਅਗਰ ਕੋਈ ਇਲੈਕਟ੍ਰੋਲਾਈਟ ਨਹੀਂ ਪਾਇਆ ਤਾਂ ਪਾਣੀ ਦੇ ਮੁਕਾਬਲੇ ਜੇ ਆਇਰਨ ਨੂੰ ਸੀ ਵਾਟਰ 'ਚ ਰੱਖਿਆ ਜਾਵੇ ਉਹ ਜਲਦੀ ਰਸਟ ਕਰ ਜਾਏਗਾ, ਉਹਨੂੰ ਜੰਗਾਲ ਜਲਦੀ ਲੱਗ ਜਾਏਗਾ। ਸੋ ਇਲੈਕਟ੍ਰੋਲਾਈਟ ਕੀ ਕੰਮ ਕਰਦਾ? ਇਲੈਕਟ੍ਰੋਲਾਈਟ ਦੇ ਨਾਲ ਜਿਹੜੀ ਹੈਗੀ ਨਾ ਕੰਡਕਸ਼ਨ ਵੱਧ ਜਾਂਦੀ ਹੈ। ਕੰਡਕਸ਼ਨ ਵਧਣ ਨਾਲ ਰਿਐਕਸ਼ਨ ਕੀ ਹੋ ਜਾਏਗਾ? ਫਾਸਟ ਹੋ ਜਾਏਗਾ। ਇਲੈਕਟ੍ਰੋਨ ਦਾ ਫਲੋ ਕੀ ਹੋ ਜਾਏਗਾ? ਫਾਸਟ ਹੋ ਜਾਏਗਾ, ਤਾਂ ਕਰੋਜ਼ਨ ਦਾ ਰੇਟ ਵੀ ਕੀ ਹੈ? ਤੇਜ਼ ਹੋ ਜਾਂਦਾ ਹੈ। ਇਸ ਤੋਂ ਇਲਾਵਾ ਫੈਕਟਰ ਡਿਪੈਂਡ ਕਰਦਾ ਪ੍ਰੈਜ਼ੈਂਸ ਆਫ ਵੈਰੀ ਇੰਪੋਰਟੈਂਟ ਹੈ ਫੈਕਟਰ ਆ ਕਾਰਬਨ ਡਾਈਆਕਸਾਈਡ ਇਨ ਵਾਟਰ। ਅਗਰ ਪਾਣੀ ਦੇ ਵਿੱਚ ਕਾਰਬਨ ਡਾਈਆਕਸਾਈਡ ਘੁਲੀ ਹੋਵੇ ਤਾਂ ਵੀ ਉਹ ਇੱਕ ਵਧੀਆ ਇਲੈਕਟ੍ਰੋਲਾਈਟ ਦਾ ਕੰਮ ਕਰਨ ਲੱਗ ਪੈਂਦੀ ਹੈ। ਇਸ ਲਈ ਅਗਰ ਪਾਣੀ ਦੇ ਵਿੱਚ ਕਾਰਬਨ ਡਾਈਆਕਸਾਈਡ ਡਿਸੋਲਵ ਹੋ ਗਈ ਹੈਗੀ ਆ ਤਾਂ ਫਿਰ ਵੀ ਕਰੋਜ਼ਨ ਦਾ ਰੇਟ ਕੀ ਹੋ ਜਾਂਦਾ? ਫਾਸਟ ਹੋ ਜਾਂਦਾ। ਇਸ ਲਈ ਐਟਮੋਸਫੀਅਰ ਦੇ ਵਿੱਚ ਕਾਰਬਨ ਡਾਈਆਕਸਾਈਡ ਦਾ ਹੋਣਾ ਵੀ ਰਸਟਿੰਗ ਦਾ ਇੱਕ ਕਾਰਨ ਹੈ। ਸੋ ਰਸਟ ਵਾਸਤੇ ਆਪਾਂ ਦੇਖਿਆ ਪਾਣੀ ਦੀ ਲੋੜ ਪੈਂਦੀ, ਹਵਾ ਦੀ ਲੋੜ ਪੈਂਦੀ, ਹਵਾ 'ਚ ਆਕਸੀਜਨ ਦੀ ਜ਼ਰੂਰਤ ਹੁੰਦੀ ਤੇ ਕਾਰਬਨ ਡਾਈਆਕਸਾਈਡ ਵੀ ਚਾਹੀਦੀ ਹੈ। ਇਹ ਚੀਜ਼ਾਂ ਰਲ ਕੇ ਜਿਹੜੀਆਂ ਰਸਟਿੰਗ ਕਰਦੀਆਂ। ਇਸ ਤੋਂ ਇਲਾਵਾ ਪ੍ਰੈਜ਼ੈਂਸ ਆਫ ਪ੍ਰੋਟੈਕਟਿਵ ਕੋਟਿੰਗ। ਹਾਂ, ਜੇ ਆਪਾਂ ਆਇਰਨ ਦੇ ਉੱਤੇ ਕੋਈ ਪੇਂਟ ਕਰਤਾ, ਕੋਈ ਆਇਲ ਗਰੀਸ ਲਗਾਤਾ ਜਾਂ ਕਿਸੇ ਮੈਟਲ ਦੀ ਪਰਤ ਚੜਾਤੀ, ਫਿਰ ਆਇਰਨ ਜਿਹੜਾ ਰਸਟਿੰਗ ਤੋਂ ਕਾਫੀ ਦੇਰ ਤੱਕ ਬਚਿਆ ਰਹਿ ਸਕਦਾ ਆ। ਸੋ ਇਹ ਕੁਝ ਗੱਲਾਂ ਸੀ ਜਿਹਦੇ ਤੇ ਰਸਟਿੰਗ ਡਿਪੈਂਡ ਕਰਦੀ ਹੈ ਕਿ ਰਸਟ ਜ਼ਿਆਦਾ ਹੋਏਗੀ ਜਾਂ ਰਸਟ ਘੱਟ ਹੋਏਗੀ। ਹੁਣ ਅਸੀਂ ਦੇਖਦੇ ਹਾਂ ਕਿ ਰਿਐਕਸ਼ਨ ਰਸਟਿੰਗ ਦਾ ਕੀ ਹੈ, ਕਿਉਂਕਿ ਜੋ ਪੇਪਰ 'ਚ ਆਉਂਦਾ ਆ ਦੈਟ ਇਜ਼ ਇਲੈਕਟ੍ਰੋਕੈਮੀਕਲ ਥਿਊਰੀ ਆਫ ਰਸਟਿੰਗ, ਕਿ ਰਸਟਿੰਗ ਦੀ ਇਲੈਕਟ੍ਰੋਕੈਮੀਕਲ ਥਿਊਰੀ ਦੇ ਅਕੋਰਡਿੰਗ ਅਸੀਂ ਰਸਟਿੰਗ ਜਿਹੜੀ ਹੈ ਕਿੱਦਾਂ ਰਸਟ ਜਿਹੜੀ ਹੈ ਲੱਗਦੀ ਹੈ। ਇਹ ਥਿਊਰੀ ਹੈ ਜੀ ਜਿਹਦੇ ਬੇਸ ਤੇ ਆਪਾਂ ਆਨਸਰ ਦੇਣਾ, ਦੈਟ ਇਜ਼ ਇਲੈਕਟ੍ਰੋਕੈਮੀਕਲ ਥਿਊਰੀ ਆਫ ਰਸਟਿੰਗ। ਇਹ ਥਿਊਰੀ ਇਹ ਕਹਿੰਦੀ ਹੈ ਕਿ ਯਾਨੀ ਇਲੈਕਟ੍ਰੋਕੈਮੀਕਲ ਸੈੱਲ ਦੇ ਬੇਸ ਤੇ ਹੈ। ਇਹ ਕਹਿੰਦੀ ਹੈ ਕਿ ਆਕਸੀਡੇਸ਼ਨ ਰਿਡਕਸ਼ਨ ਜਿਹੜੇ ਆ ਉਹ ਚੱਲ ਪੈਂਦੇ ਆ ਮੈਟਲ ਦੇ ਸਰਫੇਸ ਤੇ, ਜਿਸ ਦੀ ਵਜ੍ਹਾ ਦੇ ਨਾਲ ਰਸਟਿੰਗ ਹੁੰਦੀ ਹੈ। ਸੋ ਇਹ ਬਿਲੀਵ ਕੀਤਾ ਜਾਂਦਾ ਵੀ ਜਿਹੜੀ ਮੈਟਲ ਦਾ ਜਿਹੜਾ ਪਲੇਨ ਸਰਫੇਸ ਹੈਗਾ ਆ, ਜਿਹੜਾ ਅੰਦਰੋਂ ਮੈਟਲ ਜਿਹੜੀ ਹੈ ਪਿਓਰ ਮੈਟਲ ਹੈਗੀ ਆ, ਦੈਟ ਵਿਲ ਐਕਟ ਐਜ਼ ਐਨੋਡ। ਉਹ ਆਇਰਨ ਸਾਡੀ ਐਨੋਡ ਦਾ ਕੰਮ ਕਰਦੀ ਹੈ, ਜਾਨੀ ਇਲੈਕਟ੍ਰੋਨ ਲੂਜ਼ ਕਰਦੀ ਹੈ। ਤੇ ਜਿਹੜਾ ਮੈਟਲ ਦਾ ਅਨਈਵਨ ਸਰਫੇਸ ਕਹਿ ਲਓ ਜਾਂ ਜਿੱਥੇ ਇੰਪਿਊਰਿਟੀਜ਼ ਹੈਗੀਆਂ ਮੈਟਲ ਦੇ ਸਰਫੇਸ ਤੇ, ਉਹ ਪਾਰਟ ਤੁਹਾਡਾ ਕਾਹਦਾ ਕੰਮ ਕਰੇਗਾ? ਕੈਥੋਡ ਦਾ ਕੰਮ ਕਰੇਗਾ। ਸੋ ਇਹ ਕਲੀਅਰ ਹੋ ਗਿਆ ਆਪਾਂ ਨੂੰ, ਐਨੋਡ ਤੇ ਕੈਥੋਡ ਬਣਨੇ ਸ਼ੁਰੂ ਹੋ ਗਏ। ਮੈਟਲ ਜਿਹੜੀ ਅੰਦਰੋਂ ਹੈਗੀ ਆ ਉਹ ਪਿਓਰ ਆ, ਉਹ ਐਨੋਡ ਦਾ ਕੰਮ ਕਰੇਗੀ, ਔਰ ਬਾਹਰੋਂ ਮੈਟਲ ਦੇ ਸਰਫੇਸ ਤੇ ਜੋ ਇੰਪਿਊਰਿਟੀਜ਼ ਹੈਗੀਆਂ ਉਹਦੇ ਕਰਕੇ ਜਾਂ ਅਨਈਵਨ ਸਰਫੇਸ ਕਰਕੇ, ਨਾਨ ਯੂਨੀਫਾਰਮ ਸਰਫੇਸ ਕਰਕੇ ਉਹ ਕੈਥੋਡ ਬਣ ਜਾਂਦਾ। ਹੁਣ ਜਦੋਂ ਇਹ ਐਨੋਡ ਕੈਥੋਡ ਬਣਦੇ ਆ ਤਾਂ ਐਨੋਡ ਦੇ ਉੱਤੇ ਜਿਹੜਾ ਹੈਗਾ ਰਿਐਕਸ਼ਨ ਸਟਾਰਟ ਹੁੰਦਾ। ਐਨੋਡ ਦਾ ਰਿਐਕਸ਼ਨ ਫਿਰ ਸੈੱਲ ਜਿਹੜੇ ਨਾ ਇੱਕ ਸੈੱਲ ਦੀ ਫਾਰਮੇਸ਼ਨ ਹੁੰਦੀ ਆ, ਇੱਕ ਸੈੱਲ ਸਰਫੇਸ ਤੇ ਬਣਨਾ ਸ਼ੁਰੂ ਹੋ ਜਾਂਦਾ। ਉਹ ਸੈੱਲ ਦੇ ਵਿੱਚ ਇੱਕ ਮੋਇਸਚਰ ਦੀ ਡ੍ਰੌਪ ਵੀ ਆਪਾਂ ਨੂੰ ਹਵਾ ਚੋਂ ਮਿਲ ਜਾਂਦੀ ਹੈ, ਉਹ ਵੀ ਬੜੀ ਵਧੀਆ ਭੂਮਿਕਾ ਨਿਭਾਉਂਦੀ ਹੈ ਰਿਐਕਸ਼ਨ ਨੂੰ ਹੋਣ ਦੇ ਵਿੱਚ। ਇੱਕ ਇਲੈਕਟ੍ਰੋਲਾਈਟ ਦਾ ਕੰਮ ਕਰਨ ਲੱਗ ਜਾਂਦੀ ਕਿਉਂਕਿ ਉਹਦੇ ਵਿੱਚ ਕਾਰਬਨ ਡਾਈਆਕਸਾਈਡ ਡਿਸੋਲਵ ਹੁੰਦੀ ਹੈ, ਆਕਸੀਜਨ ਉਹਦੇ 'ਚ ਡਿਸੋਲਵ ਹੈਗੀ ਆ, ਉਹ ਚੀਜ਼ ਆਪਾਂ ਨੂੰ ਪਾਣੀ ਦੀ ਡ੍ਰੌਪਲੇਟ ਦੇ ਦਿੰਦੀ ਆ, ਹਵਾ ਦੇ ਦਿੰਦੀ ਆ। ਉਹ ਸਾਰੀਆਂ ਚੀਜ਼ਾਂ ਰਲ ਕੇ ਫਿਰ ਆਪਣੇ ਕੋਲ ਜਿਹੜੇ ਹੈਗੇ ਆ H ਪੋਜ਼ਿਟਿਵ ਆਇਨਸ ਜਿਹੜੇ ਆ ਉਹ ਪਾਣੀ 'ਚੋਂ ਆ ਜਾਣਗੇ। ਤਾਂ ਸੈੱਲ ਦੇ ਬਣਨ ਲਈ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ। ਪਾਣੀ ਦੀ ਬੂੰਦ ਵੀ ਆ ਗਈ, ਹਵਾ 'ਚੋਂ ਆਪਣੇ ਕੋਲ ਵਾਟਰ ਦੇ ਵਿੱਚੋਂ H ਪੋਜ਼ਿਟਿਵ ਆਇਨਸ ਵੀ ਆ ਗਏ, ਹਵਾ 'ਚੋਂ ਆਪਣੇ ਕੋਲ ਆਕਸੀਜਨ ਵੀ ਆ ਗਈ, ਔਰ ਇੱਥੇ ਆ ਕੇ ਇਲੈਕਟ੍ਰੋਨ ਦਾ ਗੇਨ ਹੋਣਾ ਸਟਾਰਟ ਹੋ ਗਿਆ। ਸੋ ਇਹ ਸਰਫੇਸ ਦੇ ਉੱਤੇ ਰਿਐਕਸ਼ਨ ਸਟਾਰਟ ਹੋ ਗਿਆ। ਆ ਜਿਹੜਾ
हैगा फिर उस तो बाद फिर आ सरफेस जिहड़ा मैटल है ना ये खुरनी शुरू होगी तो परत जमनी शुरू होगी ब्राउन कलर की, उन्होंने असीं रस्ट कहांगे और रस्ट का फार्मूला होएगा Fe2O3.x वाटर। हुण ये रिएक्शन रजे हुंदे किदां, हुण आपां एनोड ते देखदे हां कि मैटल जिहड़ी खुरदी आ उहने आ रिएक्शन करके खुरना स्टार्ट कर देना, ठीक है। आ रिएक्शन एनोड ते होएगा। हुण जदों ये इलैक्ट्रॉन्स जिहड़े हैगे आ इलैक्ट्रॉन्स है जिहड़े इत्थों मूव करके इस सरफेस तक जाणगे ते जिहड़े आयन्स हैगे आ सोल्यूशन च आ जाणगे, सोल्यूशन च आ गए फिर ऑक्सीजन के कंटैक्ट च आ जाणगे और कंटैक्ट च आके वो रस्ट बनाना शुरू कर देंगे। आयरन का की बनन लग पेगा, ऑक्साइड बनन लग पेगा, पानी भी मिल जूगा उन्होंने, हवा च ऑक्सीजन भी मिल जूगी तो रिएक्ट कर जाएगी। सो एनोड की बजाय हुण आपां लिखदे हां कैथोड। कैथोड ते जो रिएक्शनस हुंदे आ कैथोड ते की हुंदा अपने कोल H पॉजिटिव आयन्स हुंदे आ। ओवरऑल रिएक्शन आपां इत्थे लिखिया होया, भावें इकल्ला भी लिख सकदे हो, जे तुसीं उदां दिखाना एक इलैक्ट्रॉन लैके H बन जूगी, फिर 4 H एटम्स जिहड़े ऑक्सीजन नाल कंबाइन करके 2 मॉलिक्यूल्स वाटर बनाणगे। जे ओवरऑल रिएक्शन आपां लिखना फिर इस ढंग नाल लिख सकदे हां कि 4 इनू आपां इक्वेशन नूं रजे 4 नाल गुणा कर लांगे ताकि इलैक्ट्रॉन कैंसल हो जाणगे, 4 H पॉजिटिव बन गए अपने कोल, ठीक है रजे। ते आ 4 H एटम कट हो गए, O2 हो गई अपने कोल ज्वाइन, ठीक है। तो अपने कोल जिहड़ा हैगा 2 मॉलिक्यूल्स जिहड़े है वो कादे बनदे आ, वाटर दे बनने शुरू हो जाते हैं। और 4 जिहदे विचों अपने कोल 4 इलैक्ट्रॉन है जिहड़े इलैक्ट्रॉन नहीं सॉरी रजे कट होए, इलैक्ट्रॉन तो अपने कोल है ही नहीं कट्टन लई, है ना, तो 4 इलैक्ट्रॉन अपने कोल इसी साइड ते शो होणगे। सो आ जिहड़ी ओवरऑल रिएक्शन जिहड़ी है कैथोड ते बन जाती है। हुण इत्थे आपां नूं इह भी शो करना पऊगा कि H और पॉजिटिव आयन साडे कोल कित्थों आ रहे आ, वो कित्थों पैदा हो गए। सो आपां उहदे लई रिएक्शन शो कर सकते हैं कि जिहड़ा वाटर हैगा जदों ये ब्रेक डाउन होगी तो H पॉजिटिव OH नेगेटिव आयन्स बनणगे, कुछ इत्थों आ जाणगे, कुछ वाटर जिहड़ा कार्बन डाइऑक्साइड दे नाल भी रिएक्ट कर रहा है तो HCO3 दे नाल अपने कोल जिहड़ा हैगा नेगेटिव प्लस H पॉजिटिव आयन्स इत्थे भी बन रहे। सो दो अपने कोल रिएक्शन लगातार चलते रहणगे जिहदे विचों H पॉजिटिव आयन आने बंद नहीं होंदे, यानी रिएक्शन के बंद होने का कोई चांस नहीं हैगा। जिन्नी देर तक मॉइस्चर ते हवा मिल रही है ये सैल बनया रहूगा। सो सैल क्लीयर कर लो क्योंकि डायग्राम तो ही क्लीयर हो जाता है कि आ एनोड खुरनी स्टार्ट हो गई, कैथोड ते रिएक्शन स्टार्ट हो गया। रिएक्शन के वास्ते H पॉजिटिव आयन्स की जरूरत सी, ऑक्सीजन की जरूरत सी जो हवा तो साडे कोल आ रही है, कुछ कार्बन डाइऑक्साइड भी हैल्प कर रही है, वो भी H पॉजिटिव आयन्स नूं बना रही है। उहदे करके रिएक्शन जिहड़ा गेन ऑफ इलैक्ट्रॉन चलता रहूगा, स्टॉप नहीं होएगा। जदों फिर जिहड़े Fe+2 आयन्स है एक ये जिहड़ी अपने कोल सोल्यूशन च आउणे शुरू हो जाणगे, अगले स्टैप दे उत्ते अपने कोल आ जिहड़े Fe+2 आयन्स हैगे आ ये ऑक्सीजन दे नाल कंबाइन करना, वाटर नाल कंबाइन करना शुरू करनगे और ऑक्साइड दी फॉर्मेशन स्टार्ट होएगी जिहनूं असीं की बोलदे आ राजे Fe2O3 दी फॉर्मेशन दे विच रस्ट जिहड़ी अपने कोल बननी ऑक्साइड शुरू हो जाएगा। सो ये मेन रिएक्शन है जिहड़े आपां तैयार करने आ। सो इहनूं तुसीं जिहड़ा हैगा ओवरऑल रिएक्शन में ऑक्सीडेशन रिडक्शन हाफ सेल का रिएक्शन लिख के जोड़ भी कर सकते हैं, जिदा जो ओवरऑल रिएक्शन शो करना होवे ना वो भी आप कर सकते हैं। किद्दां कर सकते हैं, आ जिहड़ा उपर वाला अपने कोल एनोड का रिएक्शन है, ओवरऑल आप कैथोड का इकट्ठा लिख लैंदे आ जिहड़ा अपने कोल उत्थे लिखिया होया 4H पॉजिटिव प्लस O2 प्लस 4 इलैक्ट्रॉन एरो 2 मॉलिक्यूल्स ऑफ वाटर। हुण आ वाली क्वेश्चन नूं आपां नूं 2 नाल मल्टीप्लाई करना पऊगा ताकि इलैक्ट्रॉन्स अपने कैंसल हो जाण, फाइनल इक्वेशन च इलैक्ट्रॉन नहीं नजर आएंगे। सो अपने कोल जो बचेगा Fe बच जाएगा, 4H पॉजिटिव बच जाएंगे, O2 बच गया, एरो बच गया, Fe+2 आयन्स बच गए, 2 मॉलिक्यूल वाटर दे बच गए। सो ये Fe+2 आयन्स जिहड़े हैगे आ अपने कोल बन गए आ गए आ, ये ऑक्सीजन ते वाटर नाल कंबाइन करना शुरू कर देंगे, फर्दर ऑक्सीडाइज होंगे विद वाटर। तो आयरन का अपने कोल Fe2O3 ऑक्साइड तैयार होएगा, नाल H पॉजिटिव आयन्स फिर बन जाएंगे, H पॉजिटिव की आपां नूं कमी नहीं आएगी। फिर Fe2O3 जिहड़ा है कुछ X मॉलिक्यूल्स वाटर नाल कंबाइन करके एक्चुअल फार्मूला रस्ट का तैयार हो जाता जिन्हों असीं बोलते हैं रस्ट। सो इस तरीके दे नाल रस्टिंग होएगी। ये इक्वेशनस रजे याद कर लैनियां क्योंकि इंपॉर्टेंट है और ये रिएक्शनस ही है जिहड़े आपां पेपर च लिखने होंदे आ। अगर इलैक्ट्रोकैमिकल थ्योरी कोरोजन की आती है तो रिएक्शनस की फॉर्म च आएगी, सैल बना के आप सिर्फ शो कर देना तो आपने एनोड ते कैथोड का ओवरऑल रिएक्शन लिख के उन्होंने ऐड कर देना। फिर आप रस्ट के 2 रिएक्शन लिखने हैं, जिहड़ी हाइड्रोजन आयन बनने के रिएक्शन वो सैपरेट लिख सकते हैं कि पानी के टुटन नाल H पॉजिटिव आयन्स आ सकते जां वाटर ते कार्बन डाइऑक्साइड के कंबाइन करन दे नाल H पॉजिटिव आयन्स बन सकते हैं। सो वो इक्वेशन तुसीं नाल शो कर सकते हैं। सो ये है रजे तुहाडे कोल थ्योरी ऑफ रस्टिंग कंप्लीट हो गई। हुण इस तो बाद ईजी जिहा टॉपिक अपने कोल लास्ट जिहड़ा हैगा प्रिवेंशन ऑफ करोजन कि करोजन नूं प्रिवेंट करन दे लई कि साडे कोल कोई मैथड हैगे आ
ਜਿਹਦੇ ਨਾਲ ਅਸੀਂ ਜਿਹੜਾ ਕਰੋਜ਼ਨ ਹੈਗਾ ਉਹ ਖਤਮ ਕਰ ਸਕਦੇ ਹਾਂ ਜਾਂ ਘਟਾ ਸਕਦੇ ਹਾਂ। ਉਹਦੇ ਵਾਸਤੇ ਇੰਪੋਰਟੈਂਟ ਮੈਥਡ ਹੈ ਜਿਹੜੇ ਤੁਸੀਂ ਯਾਦ ਰੱਖਣੇ ਆ। ਸੋ ਫਸਟ ਹੈਗਾ ਆਪਣੇ ਕੋਲ ਬੈਰੀਅਰ ਪ੍ਰੋਟੈਕਸ਼ਨ। बैरियर की प्रोटेक्शन देनी है तुसी। फर्स्ट मैथड है बैरियर प्रोटेक्शन। बैरियर का मतलब यह आ कि तुसी आयरन दे विच ते एटमोसफेयर च एक बैरियर लगा दो, क्योंकि आयरन उदों ही रस्टिंग शो करूगी जो एटमोसफेयर के कंटैक्ट च आऊगी। अगर आप एक बैरियर लगा दिए, हुण बैरियर किहड़ी फॉर्म च तुसी ला सकते हो, 3 फॉर्म हैगियां। जां तां आपां आयरन दा सरफेस नूं पेंट कर दो, ठीक है, पेंट हो गया, कोटिंग हो गई उहदे उत्ते, उहदा कंटैक्ट जिन्नी देर तक नहीं होगा एटमोसफेयर नाल वो रस्टिंग तो बचिया रहेगा। सैकेंड आप ये कर सकते हैं ऑयल या ग्रीस लगा के रखो, उहदे नाल भी की होएगा कि आयरन जिहड़ी एटमोसफेयर के कंटैक्ट च डायरैक्ट नहीं आएगी। होर की कर सकते हैं आप आयरन के उत्ते किसी होर मैटल नूं चढ़ा दो, उन्होंने कहते इलैक्ट्रोप्लेटिंग कर दो। किसी होर मैटल की अगर परत चढ़ा दी जाए तो ठीक है, जिन्नी देर तक वो परत उपर रहेगी उन्नी देर तक आयरन जिहड़ा वो रस्टिंग तो बचिया रहेगा। सो इस तरह के आप डिफरेंट मैथड्स के नाल बैरियर लगा सकते हैं और प्रोटैक्शन कर सकते हैं। सैकेंड असीं कर सकते हैं सैक्रीफिशियल प्रोटैक्शन। कई बार कली पेपर च आ जाती है कि सैक्रीफिशियल प्रोटैक्शन की होंदी है और ये अंडर एक नाम आता गैल्वेनाइजेशन। ये किनू कहते हैं, इट इज़ इंपॉर्टेंट। सो सैक्रीफिशियल प्रोटैक्शन च असीं की करना होंदा कि जिहड़ी साडी आयरन हैगी है इहदे उत्ते असीं किसी होर मैटल नूं कोट करना हुंदा, उहदी परत चढ़ानी हुंदी है, पर वो मैटल इदां दी लैनी हुंदी है जिहड़ी ये कह लो कि आयरन तो ज़्यादा रिएक्टिव होवे। हुण आयरन तो ज़्यादा रिएक्टिव का मतलब की होया, जो मैं रिएक्टिव का मतलब पहला दसिया कि रिएक्टिव मैटल उस मैटल नूं कहना जिहड़ी जल्दी इलैक्ट्रॉन लूज कर दे। आयरन के मुकाबले जिहड़ी जल्दी इलैक्ट्रॉन लॉस करती है, आपां इदां दी मैटल सिलेक्ट करांगे, उहदे विच निकल जिंक वगैरह मैटल्स आंदियां। तां जिंक दे नाल जदों असीं परत चढ़ाउने आ, दिस प्रोसैस इज नोन एज गैल्वेनाइजेशन। जिंक की परत चढ़ जाती है। हुण हुंदा की आ, इहदा की फायदा सैक्रीफिशियल प्रोटैक्शन का कि अंदर तक प्रोटैक्शन हो जाती है, क्योंकि जदों तुसीं परत चढ़ाती है ना, जिंक की जिहड़ी आ वो ऑक्सीडेशन हो सकती है, क्योंकि जिंक जल्दी लूज इलैक्ट्रॉन करती है। हो सकता किते किते जिन्नी देर तक तो कवरिंग रहूगी अपनी बचा रहूगी आयरन, पर जे स्क्रैच पै जाण जां उपर वाली जिंक की मैटल खुर जाए, परत खुर जाए थोड़ी थोड़ी, तो एक्सपोज हो जाए, आयरन भी बाहर हो जाए, एटमोसफेयर के कंटैक्ट च आवे, तां भी दोनों के मुकाबले जिंक ते आयरन के मुकाबले कौन अपने को रस्टिंग शो कर जूगा, जिंक करेगा, क्योंकि लॉस ऑफ इलैक्ट्रॉन नुकसान किहदा होएगा, जिंक का होएगा। आयरन फिर भी प्रोटैक्टेड रहेगी, चाहे उस अपने आयरन के उत्ते जिहदे ते आपां कोटिंग चढ़ाई है जिंक की, चाहे उत्ते स्क्रैच पै जाण, चाहे वह उपरों खुर जाए, उहदे बावजूद भी साडी आयरन प्रोटैक्ट रहेगी, क्योंकि जिन्नी देर तक जिंक उत्थे हैगी आ उन्नी देर तक ऑक्सीडेशन का काम जिंक करेगी। क्योंकि कोई चीज़ खुरदी क्यों है रजे, जदों इलैक्ट्रॉन लॉस करती है। सो रिएक्टिव केड़ी मैटल है जिहड़ी इलैक्ट्रॉन लॉस कर रही है, आयरन की है, जंगाल की आयरन खुरदी है अंदरों, आयरन इलैक्ट्रॉन लूज करती है, आयरन खत्म होती जाती है, साडी मैटल जिहड़ी है वो खत्म होती है अंदरों अंदर ही। सो इस तरीके दे नाल आपां गैल्वेनाइजेशन कर सकते हैं विद जिंक दे नाल, कि स्पैशली अगर जिंक चढ़ावांगे ना तो उस प्रोसैस नूं गैल्वेनाइजेशन बोलते हैं। उहदे नाल साडी मैटल जिहड़ी है अंदर तक जिहड़ी है प्रोटैक्ट, यानी आयरन जिहड़ी है वो प्रोटैक्ट हो जाएगी। इस तो इलावा असीं की कर सकते हैं, टिन की भी कोटिंग चढ़ा सकते हैं, भी क्वेश्चन पेपर च आंदा। हुण ये याद रखियो आपां नूं, इत्थों ये हो गया कि जिंक का जिहड़ा वी रिडक्शन पोटैंशियल होएगा वो आयरन के नालों की होएगा, लैस होएगा। आयरन का की होएगा मोर, जिहदा रिडक्शन पोटैंशियल घट आ वही लॉस ऑफ इलैक्ट्रॉन करेगी, ठीक है। हुण टिन का अगर परत चढ़ाइए, अगर आयरन ते टिन की कोटिंग चढ़ाइए, क्वेश्चन आंदा हुंदा कि फिर भी ये सैक्रीफिशियल प्रोटैक्शन हो सकती है। आप ही कहांगे जिन्नी देर तक टिन उपर चढ़ी रहोगी आयरन की उन्नी देर तक कोई डर नहीं है, अपनी मैटल जी प्रोटैक्ट हो गई है। लेकिन जिस वक्त टिन की कोटिंग खराब हो गई, उत्ते स्क्रैच पै गए, उहदे नाल साडा आयरन बाहर नूं दिखण लग गया, उस वक्त टिन के मुकाबले साडी आयरन दोबारा फिर रस्टिंग करनी स्टार्ट कर देंदी है। कारण क्योंकि टिन का रिडक्शन पोटैंशियल जिहड़ा हुंदा मोर हुंदा और आयरन का की है रजे लैस हुंदा, तो जिहदा लैस है उन्हें जिहड़ा हैगा ऑक्सीडेशन स्टार्ट कर देनी है। सो मैं रिडक्शन पोटैंशियल लैस कह रही हाँ, जिहदा रिडक्शन पोटैंशियल लैस हुंदा ना वो ऑक्सीडेशन करता है, नेगेटिव च हुंदा जिहदा वो ऑक्सीडेशन करता। सो ऑक्सीडेशन आयरन करन लग जाए, मतलब टिन एक वधिया मैथड नहीं है। टिन उन्नी देर तक प्रोटैक्ट करूगी जिन्नी देर तक टिन नूं कुछ नहीं होया, इंटैक्ट है वो, सेफ आ। पर जदों टिन की कोटिंग खराब होगी फिर आयरन जिहड़ी है दोबारा रस्टिंग स्टार्ट कर देंदी है। सो नैक्सट अपने कोल मैथड हैगा इलैक्ट्रिकल प्रोटैक्शन। आप ये भी कर सकते हैं। इलैक्ट्रिकल प्रोटैक्शन जिहड़ी है ना,
ये आपां कैथोड एनोड बना के सैल बना के करते हैं और ये ज़्यादातर उस आयरन ਨੂੰ बचाने ਲਈ ਕੀਤੀ ਜਾਂਦੀ ਹੈ ਜਿਹੜਾ ਪਾਣੀ ਦੇ ਕੰਟੈਕਟ 'ਚ ਹੁੰਦਾ, ਜਿੱਦਾਂ ਵਾਟਰ ਪਾਈਪਸ ਹੁੰਦੀਆਂ ਗਰਾਊਂਡ ਦੇ ਨੀਚੇ ਜਿਹੜੀਆਂ ਨਾ ਪਾਣੀ ਦੀਆਂ ਪਾਈਪਾਂ ਪਈਆਂ ਹੁੰਦੀਆਂ ਉਹ ਜਗਾਲ ਨਾ ਲੱਗ ਜੇ, ਉਹਨੂੰ ਬਚਾਉਣ ਲਈ ਕੀਤਾ ਜਾਂਦਾ। ਆਪਾਂ ਜਿਹੜੀ ਪਾਈਪ ਹੈਗੀ ਆਇਰਨ ਦੀ ਉਹਦਾ ਕੰਟੈਕਟ ਜਿਹੜਾ ਹੈਗਾ ਨਾ ਆਪਾਂ ਕਿਸੇ ਐਸੀ ਮੈਟਲ ਜਿੱਦਾਂ ਮੈਗਨੀਸ਼ੀਅਮ ਦੇ ਨਾਲ ਕੰਟੈਕਟ ਬਣਾ ਦਿੰਦੇ ਆ। ਐਨੋਡ ਦਾ ਕੰਮ ਜਿਹੜੀ ਹੈ ਨਾ ਉਹ ਮੈਗਨੀਸ਼ੀਅਮ ਕਰਨੀ ਸਟਾਰਟ ਹੋ ਜਾਂਦੀ ਹੈ ਕਿਉਂਕਿ ਮੈਗਨੀਸ਼ੀਅਮ ਕੀ ਹੈ ਰਾਜੇ ਉਹ ਜ਼ਿਆਦਾ ਆਪਣੇ ਕੋਲ ਰਿਐਕਟਿਵ ਮੈਟਲ ਹੈ, ਜਾਨੀ ਇਹਦਾ ਪੋਟੈਂਸ਼ੀਅਲ ਆਇਰਨ ਤੋਂ ਲੈਸ ਹੈਗਾ, तो ਉਹਦੇ ਨਾਲ ਸਾਡਾ ਆਇਰਨ ਪ੍ਰੋਟੈਕਟ ਹੋ ਜਾਂਦਾ। ਆਕਸੀਡੇਸ਼ਨ ਇੱਧਰੋਂ ਚੱਲਦੀ ਰਹਿੰਦੀ ਹੈ ਔਰ ਆਇਰਨ ਜਿਹੜੀ ਹੈ ਇਹਦੇ ਕੰਪੈਰੀਜ਼ਨ 'ਚ ਆਕਸੀਡੇਸ਼ਨ ਨਹੀਂ ਕਰ ਪਾਉਂਦੀ, ਇਸ ਕਰਕੇ ਸੇਫ ਹੋ ਜਾਂਦੀ ਹੈ। ਇਹ ਆਕਸੀਡਾਈਜ਼ ਹੁੰਦੀ ਰਹੂਗੀ, ਇਹਨੂੰ ਬਚਾਈ ਰੱਖੂਗੀ। ਸੋ ਉਹੀ ਗੱਲ ਆ ਜਾਂਦੀ ਹੈ ਵੀ ਆਪਾਂ ਆਇਰਨ ਦਾ ਕੰਟੈਕਟ ਉਸ ਮੈਟਲ ਦੇ ਨਾਲ ਕਰਾਂਗੇ ਜਿਹੜੀ ਆਇਰਨ ਤੋਂ ਜ਼ਿਆਦਾ ਐਕਟਿਵ ਆ, ਤਾਂ ਕਿ ਉਹ ਲਾਸ ਆਫ ਇਲੈਕਟ੍ਰੋਨ 'ਚ ਚਲੀ ਜਾਵੇ, ਆਪਣੀ ਆਇਰਨ ਕੀ ਹੈ ਬਚ ਜਾਵੇ। ਲਾਸਟ 'ਚ ਅਸੀਂ ਲੈ ਲੈਂਦੇ ਹਾਂ ਐਂਟੀ ਰਸਟ ਸੋਲੂਸ਼ਨ ਯੂਜ਼ ਕਰ ਸਕਦੇ ਹਾਂ। ਇਹ ਜਿੱਦਾਂ ਪੇਂਟਸ ਟਾਈਪ ਹੀ ਆ ਜਾਂਦੇ ਆ ਆਪਣੇ ਕੋਲ, ਐਂਟੀ ਰਸਟ ਸੋਲੂਸ਼ਨਸ ਆਪਾਂ ਯੂਜ਼ ਕਰਦੇ ਹਾਂ। ਇਹ ਜ਼ਿਆਦਾਤਰ ਅਲਕੇਲਾਈਨ ਹੁੰਦੇ ਆ, ਆਪਾਂ ਯਾਦ ਰੱਖਣਾ ਇਹ ਵਾਲੀ ਗੱਲ ਆ, ਇਹ ਅਲਕੇਲਾਈਨ ਹੁੰਦੇ ਆ। ਅਲਕੇਲਾਈਨ ਫਾਸਫੇਟ, ਅਲਕੇਲਾਈਨ ਕ੍ਰੋਮੇਟ, ਇੱਦਾਂ ਦੇ ਸੋਲੂਸ਼ਨ ਆਪਾਂ ਉਹਦੀ ਕੋਟਿੰਗ ਕਰਦੇ ਨੇ ਆਇਰਨ ਤੇ। ਉਹਦੇ ਨਾਲ ਕੀ ਹੁੰਦਾ, ਇਹ ਜਿਹੜੇ ਸੋਲੂਸ਼ਨਸ ਆ ਅਲਕੇਲਾਈਨ ਨੇਚਰ ਦੇ ਆ, ਮਤਲਬ ਇਹਨਾਂ 'ਚ OH ਨੈਗੇਟਿਵ ਆਇਨਸ ਹੋਣਗੇ। ਇਹ ਕੀ ਕਰਨਗੇ, ਜਿਹੜੇ ਆਪਣੇ ਕੋਲ H ਪੋਜ਼ਿਟਿਵ ਨੇ ਉਹਨਾਂ ਨੂੰ ਖਤਮ ਕਰ ਦੇਣਗੇ। ਹੁਣ ਤੁਸੀਂ ਦੇਖੋ ਵੀ ਸੈੱਲ ਬਣਾਉਣ ਲਈ ਮੈਂ ਦੱਸਿਆ ਵੀ H ਪੋਜ਼ਿਟਿਵ ਆਇਨ ਹੀ ਕੈਥੋਡ ਦਾ ਕੰਮ ਕਰੀ ਜਾਂਦੇ। ਗੇਨ ਤਾਂ H ਪੋਜ਼ਿਟਿਵ ਆਇਨਸ ਕਰਨ ਲੱਗ ਗਏ ਜਿਹੜੇ ਪਾਣੀ ਤੋਂ ਆਏ ਆਪਣੇ ਕੋਲ, ਹੈ ਨਾ, ਹਵਾ ਦੇ ਵਿੱਚ ਮੋਇਸਚਰ ਤੋਂ ਆ ਗਏ ਆ। ਸੋ ਅਗਰ ਉਹ ਆਇਨਸ ਖਤਮ ਕਰ ਦਿੱਤੇ ਜਾਣ ਤਾਂ ਰਸਟਿੰਗ ਜਿਹੜੀ ਆ ਉਹ ਘਟ ਜਾਂਦੀ ਹੈ, ਰੁਕ ਜਾਂਦੀ ਹੈ। ਸੋ ਇਸ ਕਰਕੇ ਜੇ ਆਪਾਂ ਐਂਟੀ ਰਸਟ ਸੋਲੂਸ਼ਨ ਯੂਜ਼ ਕਰ ਲਈਏ ਤਾਂ ਇਹ ਉਹ ਹਾਈਡਰੋਜਨ ਆਇਨ ਨੂੰ ਖਤਮ ਕਰਦੇ ਜਾਣਗੇ ਤਾਂ ਸੈੱਲ ਨਹੀਂ ਬਣਨ ਦੇਣਗੇ ਤੇ ਰਸਟਿੰਗ ਦਾ ਪ੍ਰੋਸੈਸ ਹੈ ਜਿਹੜਾ ਉਹ ਘਟ ਜਾਏਗਾ ਜਾਂ ਰੁਕ ਜਾਏਗਾ। ਇਹ ਸੀਗਾ ਆਲ ਅਬਾਊਟ ਕਰੋਜ਼ਨ ਐਂਡ ਰਸਟਿੰਗ ਆਫ ਆਇਰਨ, ਉਹਦੀ ਪ੍ਰੋਟੈਕਸ਼ਨ, ਉਹਦੇ ਕਾਰਨ, ਉਹਦੇ ਫੈਕਟਰ, ਸਾਰਾ ਜਿਹੜਾ ਟੌਪਿਕ ਇੰਪੋਰਟੈਂਟ ਸੀ ਇਸ ਲਈ ਮੈਂ ਅਲੱਗ ਤੋਂ ਕਰਾਇਆ, ਕੰਪਲੀਟ ਹੋ ਗਿਆ। ਇਸ ਤੋਂ ਬਾਅਦ ਮੈਂ ਤੁਹਾਨੂੰ ਕਨਸੈਪਚੁਅਲ ਪ੍ਰੋਬਲਮਸ ਡਿਸਕਸ ਕਰੂੰਗੀ, ਜਿਹੜੇ ਟਿਕ ਕੀਤੇ ਹੋਣਗੇ ਮੈਂ ਭੇਜੂੰਗੀ, ਤੁਸੀਂ ਸਿਰਫ ਉਹੀ ਕਰਨੇ ਆ ਔਰ ਉਹ ਕੁਐਸਚਨਸ ਜਿਹੜੇ ਮੈਂ ਇੱਥੇ ਡਿਸਕਸ ਕਰ ਦੇਣੇ ਤਾਂ ਕਿ ਤੁਹਾਨੂੰ ਕਿਸੇ ਵੀ ਕੁਐਸਚਨ 'ਚ ਕੋਈ ਕਨਫਿਊਜ਼ਨ ਨਾ ਹੋਵੇ। ਸੋ ਵੈਰੀ ਇੰਪੋਰਟੈਂਟ ਕੁਐਸਚਨ ਪਹਿਲਾਂ ਆਪਾਂ ਡਿਸਕਸ ਕਰਨ ਲੱਗੇ ਆ। ਇਜ਼ ਇਟ ਸੇਫ ਟੂ ਸਟਰ 1 ਮੋਲਰ silver nitrate solution with copper spoon? ਇੱਦਾਂ ਦਾ ਕੁਐਸਚਨ ਬਹੁਤ ਆਉਂਦਾ ਪੇਪਰ 'ਚ ਕਿ ਕਾਪਰ ਦੇ ਸਪੂਨ ਦੇ ਨਾਲ ਆਪਾਂ 1 ਮੋਲਰ ਸਿਲਵਰ ਨਾਈਟ੍ਰੇਟ ਦਾ ਸੋਲੂਸ਼ਨ ਆ ਉਹਨੂੰ ਹਿਲਾ ਸਕਦੇ ਆ। ਇਸ ਵਕਤ ਤੁਸੀਂ ਕੀ ਦੇਖਣਾ ਹੋਊਗਾ, ਤੁਹਾਨੂੰ ਰਿਡਕਸ਼ਨ ਪੋਟੈਂਸ਼ੀਅਲ ਜਾਂ ਤਾਂ ਦਿੱਤੇ ਹੋਣਗੇ ਜਾਂ ਤੁਹਾਨੂੰ ਪਤਾ ਵੀ ਹੋਣੇ ਚਾਹੀਦੇ ਆ। ਵੈਸੇ ਇਹਦਾ ਆਪਾਂ ਨੂੰ ਜਵਾਨੀ ਵੀ ਯਾਦ ਆ ਵੀ ਸਿਲਵਰ ਦਾ ਰਿਡਕਸ਼ਨ ਪੋਟੈਂਸ਼ੀਅਲ 0.80 ਵੋਲਟ ਹੁੰਦਾ, ਕਾਪਰ ਦਾ ਜਿਹੜਾ 0.34 ਵੋਲਟ ਹੁੰਦਾ। ਇੱਥੋਂ ਅਸੀਂ ਰਿਡਕਸ਼ਨ ਦੀ ਵੈਲਿਊ ਤੋਂ ਇਹ ਦੇਖ ਲਾਂਗੇ ਇਹਨਾਂ 'ਚੋਂ ਲਾਸ ਆਫ ਇਲੈਕਟ੍ਰੋਨ ਕੌਣ ਕਰੂਗਾ ਜਾਂ ਐਕਟਿਵ ਮੈਟਲ ਕਿਹੜੀ ਹੈ। ਹੁਣ ਦੇਖੋ ਜਿਹਦਾ ਰਿਡਕਸ਼ਨ ਪੋਟੈਂਸ਼ੀਅਲ ਘੱਟ ਹੈ ਨਾ ਉਹ ਲਾਸ ਕਰੂਗੀ, ਇਹਦਾ ਮਤਲਬ ਕਾਪਰ ਕੀ ਕਰੇਗੀ, ਲਾਸ, ਔਰ ਸਿਲਵਰ ਕੀ ਕਰੇਗੀ ਰਾਜੇ, ਗੇਨ। ਹੁਣ ਤੁਸੀਂ ਸਿਲਵਰ ਨਾਈਟ੍ਰੇਟ ਦੇ ਘੋਲ ਨੂੰ ਕਾਪਰ ਦੇ ਚਮਚੇ ਨਾਲ ਹਿਲਾਉਣ ਲੱਗੇ ਆ, ਸੈੱਲ ਤਾਂ ਬਣ ਗਿਆ। ਸੈੱਲ ਜਦੋਂ ਬਣ ਗਿਆ ਤਾਂ ਲਾਸ ਆਫ ਇਲੈਕਟ੍ਰੋਨ ਕੌਣ ਕਰੂਗਾ, ਕਾਪਰ। ਆਪਾਂ ਦੇਖ ਲਿਆ ਕਿ ਕਾਪਰ ਦਾ ਪੋਟੈਂਸ਼ੀਅਲ ਘੱਟ ਆ ਤਾਂ ਤੁਹਾਡਾ ਚਮਚ ਕੀ ਹੈ, ਖੁਰਨਾ ਸ਼ੁਰੂ ਹੋ ਜਾਊਗਾ। ਇਸ ਲਈ ਤੁਸੀਂ ਇਸ ਚਮਚ ਦੇ ਨਾਲ ਸਿਲਵਰ ਨਾਈਟ੍ਰੇਟ ਦੇ ਘੋਲ ਨੂੰ ਕਦੇ ਵੀ ਹਿਲਾ ਨਹੀਂ ਸਕੋਗੇ। ਉਲਟ ਕਰ ਸਕਦੇ ਹਾਂ, ਸਿਲਵਰ ਦੇ ਚਮਚ ਨਾਲ ਕਾਪਰ ਵਾਲੇ ਘੋਲ ਨੂੰ ਹਿਲਾ ਲਾਂਗੇ ਕਿਉਂਕਿ ਸਿਲਵਰ ਨਹੀਂ ਖੁਰੂਗੀ। ਇਸ ਲਈ ਧਿਆਨ 'ਚ ਰੱਖਿਓ ਵੀ ਜਿਹੜੀ ਐਕਟਿਵ ਮੈਟਲ ਹੋਊਗੀ ਜਿਹਦਾ ਰਿਡਕਸ਼ਨ ਪੋਟੈਂਸ਼ੀਅਲ ਘੱਟ ਹੋਏਗਾ ਉਹ ਲਾਸ ਆਫ ਇਲੈਕਟ੍ਰੋਨ ਕਰੇਗੀ, ਉਹ ਜ਼ਿਆਦਾ ਐਕਟਿਵ ਹੋਏਗੀ ਔਰ ਉਹ ਖੁਰ ਜਾਏਗੀ ਔਰ ਕਾਪਰ ਦਾ ਸਪੂਨ ਕੀ ਹੈ, ਖਤਮ ਹੋ ਜਾਏਗਾ। ਅਗਲਾ ਕੁਐਸਚਨ ਹੈਗਾ ਆਪਣੇ ਕੋਲ, ਦੋ ਮੈਟਲਸ ਹੈ ਜਿਨ੍ਹਾਂ ਦੇ ਰਿਡਕਸ਼ਨ ਪੋਟੈਂਸ਼ੀਅਲ ਦਿੱਤੇ ਹੋਏ ਆ। ਇੱਕ ਦਾ ਰਿਡਕਸ਼ਨ ਪੋਟੈਂਸ਼ੀਅਲ -0.76 ਵੋਲਟ ਆ, ਇੱਕ ਦਾ 0.34 ਵੋਲਟ ਆ। ਇਹਨਾਂ ਦੇ ਵਿੱਚੋਂ ਆ ਕੁਐਸਚਨ ਆ ਗਿਆ ਤੁਹਾਡਾ, ਕਿਹੜੀ ਹਾਈਡਰੋਜਨ ਲਿਬਰੇਟ ਕਰੇਗੀ ਔਰ ਕਿਹੜੀ ਨਹੀਂ। ਹੁਣ ਤਾਂ ਮੈਂ ਜਵਾਨੀ ਦੱਸਦਾ, ਸਿਰਫ ਉਹ ਮੈਟਲਸ ਜਿਹੜੀਆਂ ਸੀਰੀਜ਼ ਦੇ ਵਿੱਚ ਹਾਈਡਰੋਜਨ ਦੇ ਨੀਚੇ ਆ, ਨੀਚੇ ਉਹ ਨੇ ਜਿਨ੍ਹਾਂ ਦੇ ਪੋਟੈਂਸ਼ੀਅਲ ਮਾਈਨਸ ਹੈਗੇ ਆ, ਨੈਗੇਟਿਵ ਹੈਗੇ ਆ, ਸਿਰਫ ਉਹ ਲਿਬਰੇਟ ਕਰ ਸਕਦੀਆਂ। ਸੋ ਇੱਥੋਂ ਅਸੀਂ ਦੱਸ ਦਾਂਗੇ ਆ ਮੈਟਲ ਆ ਇੱਕ A ਤੇ ਆ B, ਤਾਂ ਆਨਸਰ ਆਏਗਾ ਕਿ ਇਹ ਮੈਟਲ ਜਿਹੜੀ ਹੈ ਇਹ ਹਾਈਡਰੋਜਨ ਨੂੰ ਨਿਕਾਲ ਸਕਦੀ ਹੈ ਕਿਉਂਕਿ ਇਹ ਖੁਰ ਜਾਊਗੀ, ਖੁਰਨ ਦੇ ਨਾਲ ਇਹ ਇਲੈਕਟ੍ਰੋਨਸ ਦਊਗੀ, ਇਲੈਕਟ੍ਰੋਨ ਲੈ ਕੇ H ਪੋਜ਼ਿਟਿਵ ਆਇਨ ਜਦੋਂ ਇਲੈਕਟ੍ਰੋਨਸ ਗੇਨ ਕਰਨਗੇ ਕੀ ਬਣ ਜਾਣਗੇ, H2 'ਚ ਕਨਵਰਟ ਹੋਣਗੇ ਔਰ ਨਿਕਲ ਜਾਏਗੀ ਹਾਈਡਰੋਜਨ। ਸੋ ਇਹ ਗੱਲ ਭੁੱਲਣੀ ਨਹੀਂ ਹੈ ਵੀ ਜਿਹੜੀਆਂ ਮੈਟਲਸ ਹਾਈਡਰੋਜਨ ਦੇ ਨੀਚੇ ਹੈਗੀਆਂ ਜਿਨ੍ਹਾਂ ਦਾ ਪੋਟੈਂਸ਼ੀਅਲ ਮਾਈਨਸ ਹੈਗਾ, ਸਿਰਫ ਉਹ ਹਾਈਡਰੋਜਨ ਨੂੰ ਨਿਕਾਲਣ 'ਚ ਕਾਮਯਾਬ ਹੋ ਸਕਦੀਆਂ। ਸੋ ਇੱਦਾਂ ਦੇ ਮਤਲਬ ਛੋਟੇ ਛੋਟੇ ਕੁਐਸਚਨ ਆ ਜਿਹੜੇ ਤੁਸੀਂ ਸਮਝਣ ਤੋਂ ਬਾਅਦ ਕਰੋਗੇ ਤਾਂ ਤੁਹਾਨੂੰ ਈਜ਼ੀ ਲੱਗਣਗੇ। ਅਗਲਾ ਹੈਗਾ, ਕੈਨ ਦਾ ਟਿਨ ਕੋਟਿੰਗ ਔਨ ਆਇਰਨ ਐਕਟ ਐਸ ਸੈਕਰੀਫਿਸ਼ੀਅਲ ਐਨੋਡ, ਜਿਹੜਾ ਮੈਂ ਹੁਣੇ ਕਰਾਇਆ ਵੀ ਟਿਨ ਦੀ ਕੋਟਿੰਗ ਜ਼ਿਆਦਾ ਵਧੀਆ ਕੰਮ ਕਰੂਗੀ ਤਾਂ ਨੋ ਆਨਸਰ ਆਏਗਾ। ਆਨਸਰ ਨਾਲ ਇਹ ਦੇਣਾ ਵੀ ਟਿਨ ਦੀ ਕੋਟਿੰਗ ਉਨੀ ਦੇਰ ਆਇਰਨ ਬਚਾ ਸਕਦੀ ਹੈ ਜਿੰਨੀ ਦੇਰ ਤੱਕ ਉਹ ਜਿਹੜੀ ਹੈ
ਉਹਦੇ ਤੇ ਖਰੋਚ ਨਹੀਂ ਆਉਂਦੀ, ਉਹ ਖਰਾਬ ਨਹੀਂ ਹੁੰਦੀ, ਉਹ ਇੰਟੈਕਟ ਰਹਿੰਦੀ ਆ। ਪਰ ਜਦੋਂ ਉਹਦੇ ਤੇ ਸਕ੍ਰੈਚ ਪੈ ਗਿਆ ਉਸ ਤੋਂ ਬਾਅਦ ਉਹ ਆਇਰਨ ਨੂੰ ਨਹੀਂ ਬਚਾ ਸਕਦੀ। ਉਹਦਾ ਕਾਰਨ ਦਓਗੇ ਤੁਸੀਂ ਕਿ ਟਿਨ ਦਾ ਰਿਡਕਸ਼ਨ ਪੋਟੈਂਸ਼ੀਅਲ ਆਇਰਨ ਦੇ ਰਿਡਕਸ਼ਨ ਪੋਟੈਂਸ਼ੀਅਲ ਤੋਂ ਜ਼ਿਆਦਾ ਹੈ, ਇਸ ਲਈ ਆਕਸੀਡੇਸ਼ਨ ਆਇਰਨ ਸਟਾਰਟ ਕਰੂਗੀ ਔਰ ਰਸਟਿੰਗ ਆਇਰਨ ਦੀ ਸ਼ੁਰੂ ਹੋ ਜਾਏਗੀ। ਟਿਨ ਸੇਫ ਰਹੇਗੀ, ਆਇਰਨ ਜਿਹੜੀ ਹੈ ਖਰਾਬ ਹੋ ਜਾਏਗੀ। ਸੋ ਇਸ ਕਰਕੇ ਆਪਾਂ ਟਿਨ ਯੂਜ਼ ਨਹੀਂ ਕਰ ਸਕਦੇ। ਵਟ ਇਜ਼ ਦ ਰੋਲ ਆਫ ਜ਼ਿੰਕ ਕਲੋਰਾਈਡ ਇਨ ਡਰਾਈ ਸੈਲ? ਇਹ ਮੈਂ ਕੱਲ ਕਰਾਇਆ ਸੀ ਰਾਜੇ। ਜ਼ਿੰਕ ਕਲੋਰਾਈਡ ਦਾ ਕੀ ਰੋਲ ਹੈ ਡਰਾਈ ਸੈਲ 'ਚ? ਮੈਂ ਡਰਾਈ ਸੈਲ 'ਚ ਦੱਸਿਆ ਸੀ ਅਮੋਨੀਆ ਨਿਕਲਦੀ ਹੈ ਔਰ ਅਗਰ ਅਮੋਨੀਆ ਦਾ ਪ੍ਰੈਸ਼ਰ ਜ਼ਿਆਦਾ ਹੋਵੇ ਤਾਂ ਸੈੱਲ ਦੀ ਸੀਲ ਟੁੱਟ ਜਾਂਦੀ ਹੈ। ਉਸ ਪ੍ਰੈਸ਼ਰ ਨੂੰ ਘਟਾਉਣ ਲਈ ਆਪਾਂ ਜ਼ਿੰਕ ਕਲੋਰਾਈਡ ਆਪਾਂ ਇਲੈਕਟ੍ਰੋਲਾਈਟ ਦੀ ਤਰ੍ਹਾਂ ਪਾਇਆ ਹੋਇਆ, ਇਹ ਅਮੋਨੀਆ ਨਾਲ ਰਲ ਜਾਂਦਾ, ਅਮੋਨੀਆ ਨੂੰ ਆਪਣੇ ਨਾਲ ਜੋੜ ਕੇ ਇੱਕ ਕੰਪਲੈਕਸ ਬਣਾ ਦਿੰਦਾ ਆ। ਆ ਚੀਜ਼ ਬਣ ਜਾਂਦੀ ਹੈ ਜਿਹਦੇ ਨਾਲ ਅਮੋਨੀਆ ਦਾ ਨੁਕਸਾਨ ਹੋਣ ਤੋਂ ਜਿਹੜਾ ਅਮੋਨੀਆ ਦਾ ਪ੍ਰੈਸ਼ਰ ਬਣਨਾ ਸੀ ਉਹ ਨਹੀਂ ਬਣੇਗਾ ਔਰ ਸੈੱਲ ਕਰੈਕ ਨਹੀਂ ਹੋਏਗਾ। ਇਹ ਬਚਾ ਲੈਂਦਾ, ਸੈੱਲ ਨੂੰ ਕਰੈਕ ਹੋਣ ਤੋਂ ਰੋਕਦਾ ਆ। ਅਗਲਾ ਕੁਐਸਚਨ ਹੈਗਾ ਵੈਨ ਦਾ ਸਿਲਵਰ ਇਲੈਕਟ੍ਰੋਡ ਰਿਡਕਸ਼ਨ ਪੋਟੈਂਸ਼ੀਅਲ ਪੁਆਇੰਟ 80 ਆ, ਉਹਨੂੰ ਤੁਸੀਂ ਨਾਰਮਲ ਹਾਈਡਰੋਜਨ ਇਲੈਕਟ੍ਰੋਡ ਨਾਲ ਜੋੜਿਆ, ਸਿਲਵਰ ਨੂੰ ਤੁਸੀਂ ਜੋੜਿਆ ਜਿਹਦਾ ਰਿਡਕਸ਼ਨ ਪੋਟੈਂਸ਼ੀਅਲ 80 ਹੈ, ਠੀਕ ਹੈ। ਇਹਨੂੰ ਕਿਹਦੇ ਨਾਲ ਜੋੜ ਰਹੇ ਹੋ ਤੁਸੀਂ? ਹਾਈਡਰੋਜਨ ਇਲੈਕਟ੍ਰੋਡ ਦੇ ਨਾਲ। ਹੁਣ ਦੱਸੋ ਕਿ ਇਹਨਾਂ ਦੇ ਵਿੱਚੋਂ ਤੁਸੀਂ ਸਿਲਵਰ ਨੂੰ ਕੈਥੋਡ ਬਣਾਉਣਾ ਪਸੰਦ ਕਰੋਗੇ ਕਿ ਐਨੋਡ? ਤੁਸੀਂ ਇਹਦਾ ਵੀ ਰਿਡਕਸ਼ਨ ਪੋਟੈਂਸ਼ੀਅਲ ਲਿਖ ਲਓ 0। ਹੁਣ ਤੁਸੀਂ ਦੇਖੋ ਵੀ ਇਹਦਾ 0 ਆ, ਇਹਦਾ ਕੀ ਹੈ ਪੋਜ਼ਿਟਿਵ ਆ ਗਿਆ। ਹੁਣ ਜਿਹੜੀ ਪੋਜ਼ਿਟਿਵ ਵਾਲੀ ਹੁੰਦੀ ਆ ਉਹ ਕੀ ਕਰਦੀ ਹੁੰਦੀ ਹੈ? ਰਿਡਕਸ਼ਨ। ਜਿਹੜੀ 0 ਵਾਲੀ ਆ ਉਹ ਕੀ ਕਰੂਗੀ? ਆਕਸੀਡੇਸ਼ਨ। ਤਾਂ ਰਿਡਕਸ਼ਨ ਕਿਤੇ ਹੁੰਦੀ ਹੈ? ਕੈਥੋਡ। ਤਾਂ ਸਿਲਵਰ ਨੂੰ ਕੀ ਬਣਾਵਾਂਗੇ ਆਪਾਂ? ਕੈਥੋਡ ਬਣਾਵਾਂਗੇ। ਜੇ ਕੋਈ ਨੈਗੇਟਿਵ ਵਾਲੀ ਹੁੰਦੀ ਉਹਨੂੰ ਕੀ ਬਣਾ ਲੈਣਾ ਸੀ? ਐਨੋਡ, ਕਿਉਂਕਿ ਉਹਨੇ ਲਾਸ ਕਰਨਾ ਸੀ। ਸੋ ਇਹ ਧਿਆਨ 'ਚ ਰੱਖਣਾ ਵੀ ਜੇ ਪੋਟੈਂਸ਼ੀਅਲ ਦਿੱਤੇ ਆ ਤਾਂ ਆਪਾਂ ਛੋਟੇ ਛੋਟੇ ਆਨਸਰ ਜਿਹੜੇ ਆ ਉਹ ਕਰ ਸਕੀਏ। ਹਾਂ, ਨੇਮ ਦਾ ਸੈੱਲ ਜੇ ਮੈਂ ਕੱਲ ਵੀ ਕਰਾਇਆ ਸੀਗਾ ਵਿਚ ਵਰ ਯੂਜ਼ਡ ਇਨ ਅਪੋਲੋ ਸਪੇਸ ਪ੍ਰੋਗਰਾਮ 'ਚ ਕਿਹੜੇ ਸੈੱਲ ਯੂਜ਼ ਕੀਤੇ ਗਏ? ਕੱਲ ਵੀ ਦੱਸਿਆ ਸੀ ਫਿਊਲ ਸੈੱਲ ਵਰਤੇ ਜਾਂਦੇ ਆ ਜਿਹਦੇ ਵਿੱਚ ਫਿਊਲ ਦੀ ਕੰਬਸ਼ਨ ਦੀ એનર્ਜੀ ਨੂੰ ਡਾਇਰੈਕਟਲੀ ਇਲੈਕਟ੍ਰਿਸਿਟੀ 'ਚ ਕਨਵਰਟ ਕੀਤਾ ਜਾ ਸਕਦਾ। ਸੋ ਹਾਈਡਰੋਜਨ ਤੇ ਆਕਸੀਜਨ ਫਿਊਲ ਸੈੱਲ ਦੀ ਵਰਤੋਂ ਕੀਤੀ ਗਈ। 1 ਨੰਬਰ ਦਾ ਹੀ ਆਨਸਰ। ਹਾਊ ਡਜ਼ ਦਾ ਕੰਸੈਂਟ੍ਰੇਸ਼ਨ ਆਫ ਸਲਫਿਊਰਿਕ ਐਸਿਡ ਚੇਂਜ ਇਨ ਲੈਡ ਸਟੋਰੇਜ ਬੈਟਰੀ? ਆਪਾਂ ਕੱਲ ਵੀ ਕੀਤੀ ਆ ਕਿ ਲੈਡ ਸਟੋਰੇਜ ਬੈਟਰੀ ਦੇ ਵਿੱਚ ਬੈਟਰੀ ਜਿਹੜੀ ਹੈ ਜਦੋਂ ਬੈਟਰੀ ਤੋਂ ਅਸੀਂ ਬਿਜਲੀ ਵਰਤਾਂਗੇ, ਬੈਟਰੀ ਨੂੰ ਵਰਤਾਂਗੇ ਤਾਂ ਬੈਟਰੀ ਦੇ ਅੰਦਰ ਸਲਫਿਊਰਿਕ ਐਸਿਡ ਦੀ ਕੰਸੈਂਟ੍ਰੇਸ਼ਨ ਡਿਕਰੀਜ਼ ਹੋ ਜਾਂਦੀ ਹੈ ਕਿਉਂਕਿ ਲੈਡ ਸਲਫੇਟ ਬਣਨ ਲੱਗ ਪੈਂਦਾ ਤਾਂ ਫਿਰ ਦੁਬਾਰਾ ਆਪਾਂ ਨੂੰ ਚਾਰਜ ਕਰਨਾ ਪੈਂਦਾ। ਸੋ ਆਪਾਂ ਆਨਸਰ ਇਹ ਦੇਵਾਂਗੇ ਕਿ ਸਲਫਿਊਰਿਕ ਐਸਿਡ ਦੀ ਕੰਸੈਂਟ੍ਰੇਸ਼ਨ ਘਟਣੀ ਸ਼ੁਰੂ ਹੋ ਜਾਂਦੀ ਹੈ। ਅਗਲਾ ਕੁਐਸਚਨ ਹੈਗਾ ਵਾਈ ਇਜ਼ ਇਟ ਨਾਟ ਪੋਸੀਬਲ ਟੂ ਮੈਜ਼ਰ ਦਾ ਵੋਲਟੇਜ ਆਫ ਹਾਫ ਰਿਐਕਸ਼ਨ? ਹੁਣ ਹਾਫ ਸੈੱਲ ਮੈਂ ਪਹਿਲਾਂ ਵੀ ਦੱਸਿਆ ਸੀ ਹਾਫ ਸੈੱਲ ਦੀ ਕੋਈ ਹੋਂਦ ਨਹੀਂ ਹੈ, ਕੋਈ ਮੈਥਡ ਨਹੀਂ ਹੈ। ਹਾਫ ਸੈੱਲ ਕੰਮ ਹੀ ਨਹੀਂ ਕਰਦਾ, ਕੱਲਾ ਲਾਸ ਆਫ ਇਲੈਕਟ੍ਰੋਨ ਦੇ ਨਾਲ ਪ੍ਰੋਸੈਸ ਕੰਪਲੀਟ ਨਹੀਂ ਹੁੰਦਾ। ਸੋ ਹਾਫ ਸੈੱਲ ਦਾ ਪੋਟੈਂਸ਼ੀਅਲ ਅਸੀਂ ਕੈਲਕੂਲੇਟ ਨਹੀਂ ਕਰ ਸਕਦੇ। ਉਸ ਤੋਂ ਬਾਅਦ ਵਾਈ ਡਜ਼ ਇਟ ਡਰਾਈ ਸੈੱਲ ਬਿਕਮ ਡੈਡ ਆਫਟਰ ਸਮ ਟਾਈਮ? ਇਹ ਮੈਂ ਕੱਲ ਵੀ ਦੱਸਿਆ ਸੀ ਤੁਹਾਨੂੰ ਵੀ ਇੱਕ ਡਰਾਈ ਸੈੱਲ ਆ, ਤੁਸੀਂ ਉਹਨੂੰ ਕਵਰ ਚੋਂ ਕੱਢ ਲਿਆ ਤਾਂ ਕੁਝ ਸਮੇਂ ਬਾਅਦ ਆਪੇ ਡੈਡ ਹੋ ਜਾਊਗਾ। ਜਾਂ ਕਿਸੇ ਟੋਆਈ 'ਚ ਪਾ ਕੇ ਰੱਖਤਾ, ਉਹਨੂੰ ਯੂਜ਼ ਨਹੀਂ ਕੀਤਾ, ਉਹਨੇ ਬਿਨਾਂ ਯੂਜ਼ ਦੇ ਕੀ ਹੋ ਜਾਣਾ? ਲੀਕ ਕਰ ਜਾਣਾ, ਉਹ ਖਤਮ ਹੋ ਜਾਂਦਾ। ਉਹਦਾ ਰੀਜ਼ਨ ਕੀ ਆ ਕਿ ਸੈੱਲ ਜਿਹੜਾ ਪਿਆ ਹੁੰਦਾ ਨਾ ਉਹਦੇ ਵਿੱਚ ਅਮੋਨੀਅਮ ਕਲੋਰਾਈਡ ਪਾਈ ਹੁੰਦੀ ਆ। ਮੈਂ ਕੱਲ ਦੱਸਿਆ ਸੀ ਤੁਹਾਨੂੰ ਇੱਕ ਪੇਸਟ ਹੈਗੀ ਆ ਅਮੋਨੀਅਮ ਕਲੋਰਾਈਡ ਤੇ ਜ਼ਿੰਕ ਕਲੋਰਾਈਡ ਦੀ ਪੇਸਟ ਹੁੰਦੀ ਹੈ, ਇਲੈਕਟ੍ਰੋਲਾਈਟ ਦੀ ਤਰ੍ਹਾਂ ਯੂਜ਼ ਹੁੰਦੀ ਹੈ। ਇਹ ਅਮੋਨੀਅਮ ਕਲੋਰਾਈਡ ਤੁਹਾਡੇ ਜ਼ਿੰਕ ਉਹ ਬਣਿਆ ਹੀ ਤੁਹਾਡੇ ਕੋਲ ਡਰਾਈ ਸੈੱਲ ਜ਼ਿੰਕ ਦਾ ਆ, ਉਹ ਜ਼ਿੰਕ ਦੇ ਬਰਤਨ ਨੂੰ ਕੀ ਕਰਦਾ? ਕਰੂਡ ਕਰ ਦਿੰਦਾ ਹੈ, ਕਰੂਜ਼ਨ ਕਹਿ ਲਓ ਤੁਸੀਂ, ਕਰੂਜ਼ਨ ਟਾਈਪ ਹੋ ਜਾਂਦਾ, ਉਹਨੂੰ ਨਸ਼ਟ ਕਰ ਦਿੰਦਾ, ਉਹਦੇ ਨਾਲ ਲੀਕੇਜ ਸ਼ੁਰੂ ਹੋ ਜਾਂਦੀ ਹੈ। ਸੋ ਪਿਆ ਸੈੱਲ ਕੀ ਹੋ ਜਾਂਦਾ? ਡੈਡ ਹੋ ਜਾਂਦਾ। ਅਗਲਾ ਹੈਗਾ ਰਾਜੇ ਆਪਣੇ ਕੋਲ ਅਗਲੇ ਛੋਟੇ ਛੋਟੇ ਪੋਟੈਂਸ਼ੀਅਲ ਕੱਢਣ ਦੇ ਤਾਂ ਤੁਸੀਂ ਕਰ ਹੀ ਲਓਗੇ ਹੈ ਨਾ। ਮੇਨ ਜਿਹੜਾ ਉਹ ਮੈਂ ਦੱਸ ਦਿੰਦੀ ਹਾਂ ਕੈਨ ਵੀ ਸਟੋਰ ਕਾਪਰ ਸਲਫੇਟ ਇਨ ਆਇਰਨ ਵੈਸਲ? ਹੁਣ ਆਪਾਂ ਨੂੰ ਕਾਪਰ ਸਲਫੇਟ ਨੂੰ ਕਹਿੰਦੇ ਅਸੀਂ ਆਇਰਨ ਦੇ ਭਾਂਡੇ 'ਚ ਰੱਖ ਸਕਦੇ ਹਾਂ। ਹੁਣ ਤੁਸੀਂ ਭਾਂਡਾ ਚੈੱਕ ਕਰਨਾ ਵੀ ਆਇਰਨ ਦਾ ਬਣਿਆ ਹੋਇਆ, ਇਹ ਤਾਂ ਨਹੀਂ ਹੈਗਾ ਕਿਤੇ ਭਾਂਡਾ ਖੁਰ ਜਾਵੇ ਹੈ ਨਾ, ਫਿਰ ਨਹੀਂ ਆਪਾਂ ਰੱਖ ਸਕਾਂਗੇ। ਸੋ ਆਪਾਂ ਕੀ ਦੇਖਾਂਗੇ? ਕਾਪਰ ਦਾ ਪੋਟੈਂਸ਼ੀਅਲ ਦੇਖਾਂਗੇ। ਆਪਾਂ ਨੂੰ ਪਤਾ 0.34 ਵੋਲਟ ਹੁੰਦਾ ਤੇ ਆਇਰਨ ਦਾ ਪੋਟੈਂਸ਼ੀਅਲ ਮਾਈਨਸ 'ਚ ਹੁੰਦਾ, ਨੈਗੇਟਿਵ 'ਚ ਹੁੰਦਾ ਆ। ਸੋ ਸਾਨੂੰ ਪਤਾ ਲੱਗ ਗਿਆ ਵੀ ਜਿਹੜਾ ਨੈਗੇਟਿਵ ਵਾਲਾ ਉਹਨੇ ਖੁਰਨਾ ਕਿਉਂਕਿ ਉਹੀ ਜ਼ਿਆਦਾ ਐਕਟਿਵ ਆ, ਉਹਨੇ ਲਾਸ ਕਰਨਾ, ਇਹਨੇ ਗੇਨ ਕਰਨਾ। ਸੋ ਆਇਰਨ ਦਾ ਬਰਤਨ ਤੁਹਾਡਾ ਕੀ ਹੋ ਜਾਏਗਾ? ਫਿਰ ਲਾਸ ਕਰਨਾ ਸਟਾਰਟ ਕਰ ਦੇਗਾ ਜਿਹਦੇ ਨਾਲ ਬਰਤਨ ਖੁਰ ਜਾਏਗਾ। ਸੋ ਆਪਾਂ ਨੂੰ ਆਇਰਨ ਦੇ ਬਰਤਨ 'ਚ ਕਾਪਰ ਸਲਫੇਟ ਨੂੰ ਸਟੋਰ ਨਹੀਂ ਕਰਨਾ ਚਾਹੀਦਾ। ਸੋ ਇਹ ਪੋਟੈਂਸ਼ੀਅਲ ਦੇਖ ਕੇ ਦਾ ਆਨਸਰ ਤੁਸੀਂ ਦੇ ਸਕਦੇ ਹੋ। ਸੋ ਐਂਟੀ ਰਸਟ ਸੋਲੂਸ਼ਨ ਕੀ ਹੁੰਦੀ ਹੈ ਵੀ ਆਪਾਂ ਕਰ ਲਿਆ, ਕੈਮੀਕਲ ਫਾਰਮੂਲਾ ਰਸਟ ਦਾ ਵੀ ਕਰ ਲਿਆ। ਸੋ ਇਹ ਕਨਸੈਪਚੁਅਲ ਪ੍ਰੋਬਲਮਸ ਜਿਹੜੀਆਂ ਮੈਂ ਤੁਹਾਨੂੰ ਕੰਪਲੀਟ ਕਰਵਾਤੀਆਂ, ਇਹਦੇ ਨਾਲ ਇਹ ਚੈਪਟਰ ਖਤਮ ਹੋ ਗਿਆ। ਹੁਣ ਤੁਸੀਂ ਮੰਡੇ ਨੂੰ ਜਿਹੜਾ ਹੈਗਾ ਨਾ ਆਪਾਂ ਨੈਕਸਟ ਚੈਪਟਰ ਜਿਹੜਾ ਹੈਗਾ ਕੈਮੀਕਲ ਕਾਈਨੈਟਿਕਸ ਵੈਰੀ ਇੰਪੋਰਟੈਂਟ ਉਹ ਸਟਾਰਟ ਕਰਾਂਗੇ। ਉਨੀ ਦੇਰ ਤੱਕ ਤੁਸੀਂ ਆਪਣੇ ਕੰਮ ਨੂੰ ਕੰਪਲੀਟ ਕਰ ਲਓ।